ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਚਮਕੌਰ ਸਾਹਿਬ ਦੇ ਪ੍ਰਸੰਗ ਵੱਡੇ ਫਰਜ਼ੰਦਾਂ ਦੇ ਬਾਬਤ ਸਤਿਗੁਰਾਂ ਦੇ ਕਿਵੇਂ ਆਨੰਦਪੁਰ ਸਾਹਿਬ ਤੋਂ ਲੈ ਕੇ ਤੇ ਮਾਛੀਵਾੜੇ ਤੱਕ ਸਤਿਗੁਰੂ ਪਹੁੰਚੇ ਨੇ, ਉਹ ਆਪਾਂ ਨੇ ਸਰਵਣ ਕੀਤਾ ਸੀ। ਹੁਣ ਅਗਲੇ ਦਿਨਾਂ ਦੇ ਵਿੱਚ ਕਿਵੇਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਜਾ ਕਰਕੇ ਸ਼ਹੀਦੀਆਂ ਨੂੰ ਪ੍ਰਾਪਤ ਕਰਦੇ ਨੇ। ਉਹਨਾਂ ਸਾਕਿਆਂ ਨੂੰ, ਉਹਨਾਂ ਘਟਨਾਵਾਂ ਨੂੰ ਆਪਾਂ ਅੱਗੇ ਰਹਿੰਦੇ ਜਿਹੜੇ 3 ਦਿਨ ਨੇ, ਅੱਜ ਦਾ ਦਿਨ ਪਾ ਕੇ ਇਹਨਾਂ 3 ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ, ਕਿਵੇਂ ਉਹ ਸਰਹੰਦ ਦੇ ਵਿੱਚ ਸੂਬੇ ਦੇ ਸਾਹਮਣੇ ਖੜ੍ਹ ਕੇ ਵੀ ਛੋਟੀਆਂ ਉਮਰਾਂ ਨੇ ਪਰ ਡੋਲੇ ਨੇ। ਉਹ ਜੀਵਨੀ ਜਿਵੇਂ ਅੱਲਾ ਯਾਰਖਾਂ ਜੋਗੀ ਜੀ ਲਿਖਦੇ ਨੇ ਆਪਣੀ ਦੂਸਰੀ ਪੁਸਤਕ ਦੇ ਵਿੱਚ, ਉਹ ਆਪਾਂ ਜਿਵੇਂ ਕਵੀ ਜੀ ਦੱਸਦੇ ਨੇ ਉਸੇ ਪ੍ਰਕਾਰ ਸਰਵਣ ਕਰਦੇ ਤੁਰੇ ਚੱਲਾਂਗੇ। ਸਤਿਗੁਰਾਂ ਦੀ ਬਾਣੀ 2 ਤਰੀਕਿਆਂ ਦੇ ਸੂਰਮਿਆਂ ਦੀ ਗੱਲ ਕਰਦੀ ਹੈ। ਜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅੰਮ੍ਰਿਤਮਈ ਬਾਣੀ ਨੂੰ ਪੜ੍ਹੀਏ, ਇਸ ਬਾਣੀ ਦੇ ਵਿੱਚ ਵੀ 2 ਸੂਰਮਿਆਂ ਦੀ ਗੱਲ ਕੀਤੀ ਹੈ। ਪਹਿਲੇ ਸੂਰਮੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਵੇਂ ਆਪਾਂ ਮੰਗਲ ਦੇ ਵਿੱਚ ਵੀ ਪੜ੍ਹਿਆ ਹੈ, ਸੂਰਾ ਸੋ ਪਹਿਚਾਨੀਐ ਜੋ ਲੜਿਆ ਦੀਨ ਕੇ ਹੇਤ। ਪਾਤਸ਼ਾਹ ਜੀ ਕਹਿੰਦੇ ਸੂਰਮੇ ਦੀ ਪਹਿਚਾਣ ਕਰਨੀ ਹੈ ਤਾਂ ਚੰਗੇ ਤਰੀਕੇ ਨਾਲ ਕਰ। ਆਪਾਂ ਤਾਂ ਜਿਹੜਾ 1-2 ਜਾਣਿਆਂ ਦੇ ਅੱਗੇ ਖੜ ਜਾਵੇ ਉਹਨੂੰ ਵੀ ਸੂਰਮਾ ਕਹਿ ਦਿੰਦੇ ਆ। ਜਰ ਜੋਰੂ ਜ਼ਮੀਨ ਦੇ ਬਦਲੇ ਕਈ ਲੜੇ ਨੇ, ਕਈ ਜ਼ਮੀਨਾਂ ਪਿੱਛੇ ਲੜਦੇ ਮਰ ਗਏ ਨੇ, ਇਸਤਰੀਆਂ ਦੇ ਪਿੱਛੇ ਕਈ ਜੰਗ ਯੁੱਧ ਹੋਏ ਨੇ। ਜਿਵੇਂ ਪਾਂਡਵਾਂ ਦਾ ਯੁੱਧ ਵੇਖ ਲਈਏ, ਤੇ ਇਸੇ ਤਰੀਕੇ ਦੇ ਨਾਲ ਧਨ ਦੇ ਲਈ ਵੀ ਕਈ ਜੰਗ ਯੁੱਧ ਹੋਏ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸੂਰਮੇ ਦੀ ਪਹਿਚਾਣ ਕਰਨੀ ਹੈ ਤੇ ਪਹਿਲਾਂ ਤੋਂ ਉਹਦੇ ਵਿੱਚ ਗੁਣ ਵੇਖ। ਕੀ ਵੇਖਣਾ ਕਰੀਏ ਸਤਿਗੁਰੂ ਮਹਾਰਾਜ ਕਹਿੰਦੇ ਸੂਰਾ ਸੋ ਪਹਿਚਾਨੀਏ, ਸੂਰਮੇ ਦੀ ਪਹਿਚਾਣ ਕਰ ਕੀ ਹੈ। ਮਹਾਰਾਜ ਕਹਿੰਦੇ ਜਿਹੜਾ ਉਹ ਜੰਗ ਯੁੱਧ ਕਰਦਾ ਏ ਉਹਦੇ ਪਿੱਛੇ ਕਾਰਨ ਕੀ ਹੈ, ਕਾਹਦੇ ਬਦਲੇ ਲੜ ਰਿਹਾ ਹੈ। ਪਾਤਸ਼ਾਹ ਜੀ ਆਪ ਦੱਸਣਾ ਕਰੋ। ਮਹਾਰਾਜ ਕਹਿੰਦੇ ਸੂਰਮੇ ਦੀ ਪਹਿਚਾਣ ਹੈ ਜੋ ਲੜੇ ਦੀਨ ਕੇ ਹੇਤ। ਦੀਨ ਦੇ ਵੀ 2 ਅਰਥ ਨਿਕਲਦੇ ਨੇ। ਇੱਕ ਦੀਨ ਕਹਿੰਦੇ ਨੇ ਗਰੀਬ ਨੂੰ, ਇੱਕ ਦੀਨ ਕਹਿੰਦੇ ਨੇ ਧਰਮ ਨੂੰ। ਮਹਾਰਾਜ ਕਹਿੰਦੇ ਵੇਖਣਾ ਕਰ ਜਿਹੜਾ ਸਾਹਮਣੇ ਜਿਹਨੂੰ ਤੂੰ ਸੂਰਮਾ ਮੰਨੀ ਬੈਠਾ ਏ, ਉਹ ਲੜ ਕਿਹਦੇ ਬਦਲੇ ਰਿਹਾ ਏ। ਕੀ ਉਹ ਧਰਮ ਬਦਲੇ ਲੜਦਾ ਏ ਜਾਂ ਫਿਰ ਗਰੀਬਾਂ ਦੀ ਰੱਖਿਆ ਦੇ ਲਈ ਲੜਦਾ ਏ। ਸੂਰਮੇ ਦੀ ਪਹਿਚਾਣ ਏ ਉਹ ਜਾਂ ਤਾਂ ਧਰਮ ਦੇ ਲਈ ਲੜੇਗਾ, ਨਹੀਂ ਤਾਂ ਫਿਰ ਗਰੀਬਾਂ ਦੇ ਲਈ ਲੜੇਗਾ। ਪਹਿਲਾ ਸੂਰਮਾ ਇਹ ਆ। ਮਹਾਰਾਜ ਕਹਿੰਦੇ ਜੰਗ ਦੇ ਵਿੱਚ ਉਤਰ ਆਵੇਗਾ, ਆਪਣਾ ਹੱਥ ਤਲਵਾਰ ਦੇ ਮੁੱਠੇ 'ਤੇ ਲੈ ਜਾਵੇਗਾ ਜਦੋਂ ਕਿਸੇ ਗਰੀਬ ਦੇ ਉੱਪਰ ਧੱਕਾ ਹੁੰਦਾ ਹੋਵੇ। ਤੇ ਸਤਿਗੁਰੂ ਕਹਿੰਦੇ ਦੂਸਰਾ ਸੂਰਮਾ ਹੈ ਜਿਹੜਾ ਆਪਣੇ ਅੰਦਰ ਦੇ ਵਕਾਰਾਂ ਦੇ ਨਾਲ ਜੰਗ ਕਰੇ।
ਅੰਦਰ ਦੇ 5 ਵਿਕਾਰ ਜਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਇਹਨਾਂ 5 ਵਿਕਾਰਾਂ ਦੇ ਨਾਲ ਜੰਗ ਕਰੇ। ਇਹਨਾਂ ਨਾਲ ਜੰਗ ਕਰਕੇ ਤੇ ਆਪਣੇ ਮਨ ਦੇ ਉੱਪਰ ਕਾਬੂ ਪਾਵੇ। ਮਨ ਨੂੰ ਜਿੱਤ ਲਿਆ ਮਹਾਰਾਜ ਕਹਿੰਦੇ ਮਨ ਜੀਤੈ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ ਭਾਵ ਜਗ ਨੂੰ ਜਿੱਤ ਲਿਆ ਇਸ ਲਈ ਮਨ ਨੂੰ ਜਿੱਤ। ਦੂਜੇ ਸੂਰਮੇ ਇਹਨਾਂ ਨੂੰ ਕਿਹਾ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਉਤਰਦੇ ਪਰ ਫਿਰ ਵੀ ਹਕੂਮਤ ਦੇ ਅੱਗੇ ਅੜ ਕੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਜਿੱਤ ਨੂੰ ਪਾ ਲੈਂਦੇ। ਜਿਵੇਂ ਧੰਨ ਗੁਰੂ ਅਰਜਨ ਪਾਤਸ਼ਾਹ ਸੱਚੇ ਪਾਤਸ਼ਾਹ ਜੀਆਂ ਨੇ ਹੱਥ ਦੇ ਵਿੱਚ ਕੋਈ ਤਲਵਾਰ ਨਹੀਂ ਚੱਕੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਬਰ ਚੜ੍ਹ ਕੇ ਆਉਂਦਾ ਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਬਾਬਰ ਦਾ ਟਾਕਰਾ ਕਰਦੇ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਬਰ ਚੜ੍ਹ ਕੇ ਆਇਆ ਨਾ ਤੇ ਬਾਬਰ ਨੂੰ ਸਤਿਗੁਰਾਂ ਨੇ ਅੱਗੋਂ ਕੁੱਤੇ ਦੀ ਤੁਲਨਾ ਕੀਤੀ ਹੈ। ਮਹਾਰਾਜ ਕਹਿੰਦੇ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਜਦੋਂ ਬਾਬਰ ਬਾਣੀ ਪੜ੍ਹਦੇ ਆ ਨਾ ਇੱਥੇ ਇੱਕ ਹੋਰ ਗੱਲ ਨਿਕਲਦੀ ਏ। ਜਿਵੇਂ ਦੁਨੀਆ ਦੇ ਵਿੱਚ ਬੜੇ ਪੀਰ ਫਕੀਰ ਔਲੀਏ ਆਏ ਨੇ ਪਰ ਜੇ ਵੇਖਿਆ ਜਾਵੇ ਵੱਡੇ ਵੱਡੇ ਬਾਦਸ਼ਾਹਾਂ ਦੇ ਨਾਲ ਕੋਈ ਅੜਿਆ ਨਹੀਂ। ਜੰਗ ਯੁੱਧ ਤਾਂ ਕੀਤੇ ਹੋਣਗੇ ਪਰ ਕਲਮ ਦੀ ਮਾਰ ਦੇ ਨਾਲ ਕਿਸੇ ਨੇ ਕਿਸੇ ਬਾਦਸ਼ਾਹ ਨੂੰ ਜਿੱਤਿਆ ਨਹੀਂ। ਪਰ ਦੁਨੀਆ ਦੇ ਵਿੱਚ ਕੇਵਲ ਗੁਰੂ ਨਾਨਕ ਦਾ ਦਰ ਐਸਾ ਹੈ ਜਿਨੇ ਸਮੇਂ ਦੇ 2 ਵੱਡੇ ਬਾਦਸ਼ਾਹਾਂ ਨੂੰ ਆਪਣੀ ਕਲਮ ਦੇ ਨਾਲ ਜਿੱਤਿਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਬੋਲਾਂ ਦੇ ਨਾਲ ਬਾਬਰ ਨੂੰ ਕੁੱਤਾ ਕਿਹਾ। ਬਾਬਰ ਨੇ ਸਤਿਗੁਰਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਪਰ ਪਾਤਸ਼ਾਹ ਜੀਆਂ ਦੇ ਬੋਲਾਂ ਦੇ ਨਾਲ ਬਾਬਰ ਨੂੰ ਵੀ ਇੱਕ ਦਿਨ ਝੁਕਣਾ ਪੈ ਗਿਆ। ਬਾਬਰ ਬਾਣੀ ਪੜ੍ਹੀ ਗਈ ਉਹਦੇ ਵਿੱਚ ਸਤਿਗੁਰਾਂ ਦੇ ਐਸੇ ਵੀਰ ਰਸੀ ਬੋਲ ਨੇ। ਤੇ ਜੇ ਕਰਕੇ ਦੂਸਰੇ ਪਾਸੇ ਕਲਗੀਧਰ ਪਾਤਸ਼ਾਹ ਨੇ ਆਪਾਂ ਕੱਲ੍ਹ ਵੀ ਜਿੱਦਾਂ ਮਿਲ ਬੈਠ ਕੇ ਵਿਚਾਰਿਆ ਸੀ ਕਲਗੀਧਰ ਪਾਤਸ਼ਾਹ ਨੇ ਵੀ ਸਮੇਂ ਦਾ ਸ਼ਕਤੀਸ਼ਾਲੀ ਬਾਦਸ਼ਾਹ ਏ ਔਰੰਗਜ਼ੇਬ। ਔਰੰਗਜ਼ੇਬ ਨੂੰ ਮਾਰਨ ਦੇ ਲਈ ਕਲਗੀਧਰ ਪਾਤਸ਼ਾਹ ਨੇ ਕੀ ਕੀਤਾ ਏ ਤਲਵਾਰ ਨਹੀਂ ਚੱਕੀ ਕਲਮ ਚੱਕੀ ਏ ਤੇ ਪਾਤਸ਼ਾਹ ਨੇ ਜ਼ਫਰਨਾਮਾ ਲਿਖਿਆ ਜਿਨ੍ਹਾਂ ਬੋਲਾਂ ਨੂੰ ਪੜ੍ਹ ਸੁਣ ਕੇ ਔਰੰਗਜ਼ੇਬ ਦੀ ਮੌਤ ਹੋ ਜਾਂਦੀ। ਐਸੇ ਸ਼ਕਤੀਸ਼ਾਲੀ ਬਾਦਸ਼ਾਹ ਸਤਿਗੁਰੂ ਕਹਿੰਦੇ ਨੇ ਦੂਸਰੇ ਸੂਰਮੇ ਐਸੇ ਨੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜਿਵੇਂ ਗੁਰੂ ਅਰਜਨ ਮਹਾਰਾਜ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਦੇ ਅੱਗੇ ਅੜ ਕਰਕੇ ਈਨ ਨਹੀਂ ਮੰਨੀ ਕਿਉਂਕਿ 5 ਜਿੱਤੇ ਸਾਡਾ ਸਮੇਂ ਦੀ ਹਕੂਮਤ ਦਾ ਜਿਹੜਾ ਏ ਉਹ ਮੋੜ ਫੇਰ ਕੇ ਰੱਖ ਦਿੱਤਾ ਇੱਕ ਵਾਰ। ਉਹ ਤੋਂ ਬਾਅਦ ਸ਼ਹੀਦੀਆਂ ਦੀ ਸ਼ੁਰੂਆਤ ਹੁੰਦੀ ਹੈ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕੋਈ ਸ਼ਸਤਰ ਨਹੀਂ ਚੱਕਿਆ ਹਕੂਮਤ ਦੇ ਨਾਲ ਸ਼ਾਂਤਮਈ ਰਹਿ ਕਰਕੇ ਸ਼ਹਾਦਤ ਦਿੱਤੀ ਹੈ। ਹਕੂਮਤ ਨੂੰ ਝੁਕਣਾ ਪਿਆ। ਇਸੇ ਤਰੀਕੇ ਨਾਲ ਛੋਟੇ ਸਾਹਿਬਜ਼ਾਦੇ ਵੱਡੇ ਸ਼ਹਿਜ਼ਾਦਿਆਂ ਨੇ ਤਲਵਾਰ ਚੱਕੀ ਹੈ। ਇੱਕ ਸੂਰਮੇ ਇਹ ਨੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਉਤਰੇ ਨੇ ਤੇ ਦੂਸਰੇ ਪਾਸੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਇਹ ਵੀ ਉਤਰੇ ਨੇ ਕਿਉਂਕਿ ਜੰਗ ਹੀ ਹੈ ਨਾ ਸਾਹਮਣੇ ਹਕੂਮਤ ਦੇ ਨਾਲ ਟਾਕਰਾ ਕਰਨਾ ਹੈ। ਭਾਵੇਂ ਹਥਿਆਰਾਂ ਦੀ ਜੰਗ ਨਹੀਂ ਹੈ ਵਿਚਾਰਾਂ ਦੀ ਜੰਗ ਹੈ। ਇਸੇ ਤਰੀਕੇ ਨਾਲ ਕਲਗੀਧਰ ਪਾਤਸ਼ਾਹ ਜੀ ਵੀ ਸੂਰਮਿਆਂ ਦੇ ਬਾਬਤ ਦੱਸਦੇ ਨੇ। ਮਹਾਰਾਜ ਕਹਿੰਦੇ ਨੇ 2 ਪ੍ਰਕਾਰ ਦੇ ਸੂਰਮੇ ਨੇ। ਸੂਰਮੇ ਦੀ ਪਹਿਚਾਣ ਕਰੋ ਮੁੱਖ ਦੇ ਵਿੱਚ ਬਾਣੀ ਪੜ੍ਹੇਗਾ
ਮਨ ਨੂੰ ਸ਼ਾਂਤੀ ਦਿਵਾਏਗਾ। ਫਿਰ ਜੇ ਮਨ ਸ਼ਾਂਤ ਹੋਵੇਗਾ ਤੇ ਤਲਵਾਰ ਫਿਰ ਚੱਲਦੀ ਹੈ, ਜੇ ਅਸਲ ਮਾਇਨੇ ਦੇ ਵਿੱਚ ਵੇਖਿਆ ਜਾਵੇ। ਨਹੀਂ ਤਾਂ ਹਥਿਆਰ ਤਾਂ ਗੈਂਗਸਟਰਾਂ ਦੇ ਕੋਲ ਵੀ ਬਹੁਤ ਨੇ, ਪਰ ਉਹ ਕਿਸੇ ਗਰੀਬ ਨੂੰ ਦੱਬਣਗੇ। ਪਰ ਜਿਹਨੇ ਬਾਣੀ ਪੜ੍ਹੀ ਹੈ, ਜਿਵੇਂ ਬਾਬਾ ਦੀਪ ਸਿੰਘ ਜੀਆਂ ਨੇ ਬਾਣੀ ਪੜ੍ਹੀ ਹੈ, ਖੰਡਾ ਵੀ ਚੱਲਦਾ ਹੈ ਤੇ ਨਾਲ ਬੁੱਧੀ ਵੀ ਕੰਮ ਕਰਦੀ ਹੈ। ਵੀਰ ਰਸ ਉਹਨੂੰ ਕਿਹਾ ਜਾਂਦਾ ਹੈ। ਕਈ ਪੁੱਛਦੇ ਨੇ ਗੁੱਸੇ ਦੇ ਵਿੱਚ ਤੇ ਵੀਰ ਰਸ ਦੇ ਵਿੱਚ ਕੀ ਫਰਕ ਹੈ, ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ। ਤੇ ਵੀਰ ਰਸ ਤੇ ਗੁੱਸੇ ਦੇ ਵਿੱਚ ਇਹੀ ਫਰਕ ਹੈ, ਜਦੋਂ ਬੰਦਾ ਗੁੱਸੇ ਦੇ ਵਿੱਚ ਆਉਂਦਾ ਨਾ, ਉਦੋਂ ਕਹਿ ਦਿੰਦੇ ਆ ਨਾ ਵੀ ਤੇਰਾ ਦਿਮਾਗ ਕੰਮ ਕਰਨੋਂ ਬੰਦ ਕਰ ਗਿਆ। ਗੁੱਸੇ ਦੇ ਵਿੱਚ ਬੰਦੇ ਦੀ ਜਿਹੜੀ ਬੁੱਧੀ ਹੈ, ਜਿਹੜਾ ਮਾਈਂਡ ਹੈ, ਉਹ ਆਪਣੇ ਮਾਈਂਡ ਨੂੰ ਚੰਗੇ ਤਰੀਕੇ ਨਾਲ ਸੈਟਅਪ ਨਹੀਂ ਕਰ ਸਕਦਾ, ਉਹਨੂੰ ਚੰਗੇ ਤਰੀਕੇ ਨਾਲ ਤਰਤੀਬਬੰਦ ਨਹੀਂ ਕਰ ਸਕਦਾ। ਗੁੱਸੇ ਦੇ ਵਿੱਚ ਆ ਕੇ ਆਪਣੇ ਬੁੱਧੀ ਤੋਂ ਕੰਮ ਨਹੀਂ ਲਵੇਗਾ। ਤੇ ਵੀਰ ਰਸ ਉਹਨੂੰ ਕਹਿੰਦੇ ਨੇ, ਜਦੋਂ ਬੁੱਧੀ ਵੀ ਕੰਮ ਕਰੇ ਤੇ ਨਾਲ ਹੱਥ ਵੀ ਕੰਮ ਕਰਨ। ਬੁੱਧ ਵੀ ਕੰਮ ਕਰਦੀ ਹੈ। ਬਾਣੀ ਪੜ੍ਹਿਆ ਵੀਰ ਰਸ ਆਉਂਦੇ, ਨਹੀਂ ਤਾਂ ਗੁੱਸੇ ਤਾਂ ਸਾਰਿਆਂ ਨੂੰ ਆਉਂਦੇ ਨੇ, ਪਰ ਜਿਹੜਾ ਸੂਰਮਾ ਉਹਦੇ ਅੰਦਰ ਵੀਰ ਰਸ ਹੁੰਦਾ। ਇਸੇ ਤਰੀਕੇ ਦੇ ਦੋ ਸੂਰਮੇ ਜਿਨ੍ਹਾਂ ਦੇ ਵਿੱਚੋਂ ਅੱਜ ਆਪਾਂ ਛੋਟੇ ਫਰਜ਼ੰਦ ਸਤਿਗੁਰਾਂ ਦੇ ਤਿੰਨਾਂ ਦੇ ਬਾਬਤ, ਜਿਵੇਂ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ, ਕਿਵੇਂ ਵਡਿਆਈਆਂ ਕਰਦੇ ਨੇ, ਆਪਾਂ ਮਨ ਬਿਰਤੀਆਂ ਕਾਗਰ ਕਰਕੇ ਰਹਿੰਦੇ ਹੋਏ ਸਮੇਂ ਦੇ ਵਿੱਚ ਵਿਚਾਰੀਏ। ਜਦੋਂ ਸਤਿਗੁਰਾਂ ਦੇ ਨਾਲ ਪਰਿਵਾਰ ਵਿਛੋੜਾ ਪਿਆ, ਪਰਿਵਾਰ ਜਿਸ ਵੇਲੇ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ, ਇਹ ਕਹਿੰਦੇ ਚੱਲਦੇ ਚੱਲਦੇ ਨਾ ਸਤਿਗੁਰਾਂ ਤੋਂ ਜੁਦਾ ਹੋ ਗਏ ਨੇ। ਉਸ ਸਮੇਂ ਦਾ ਦ੍ਰਿਸ਼ ਅੱਲਾ ਯਾਰ ਖਾਂ ਜੋਗੀ ਜੀ ਆਪਣੀ ਕਲਮ ਦੇ ਨਾਲ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ ਜੋ ਬਚਨ ਉਲੀਕਦੇ ਨੇ, ਆਪਾਂ ਉਹਨਾਂ ਬਚਨਾਂ ਨੂੰ ਮਨ ਬਿਰਤੀਆਂ ਕਾਗਰ ਕਰਕੇ ਮਿਲ ਬੈਠ ਕੇ ਵਿਚਾਰਨਾ ਕਰੀਏ। ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ, ਨੇਤਰਾਂ ਨੂੰ ਮੁੰਦ ਕਰਕੇ ਸਾਹਿਬਾਂ ਦੇ ਅੱਗੇ ਸੀਸ ਝੁਕਾਈਏ। ਸਾਰੇ ਹੀ ਮਿਲ ਕਰਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹਿਰ ਦਵਾਤ ਖੂਨ ਸ਼ਹੀਦਾ ਬਹਮ ਕਰੂੰ। ਅੱਲਾ ਯਾਰ ਖਾਂ ਜੋਗੀ ਜੀਆਂ ਦੀ ਜਦੋਂ ਸਾਹਿਬਜ਼ਾਦਿਆਂ ਦੇ ਬਾਬਤ ਲਿਖਦੇ ਨੇ, ਪਹਿਲੀ ਰਚਨਾ ਇਹੀ ਲਿਖੀ ਹੈ। ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਲਿਖਦੇ ਨੇ, ਉਸ ਤੋਂ ਉਪਰੰਤ ਜਿਹੜੀ ਗੰਜ ਸ਼ਹੀਦਾਂ ਆਪਾਂ ਪਹਿਲਾਂ ਵਾਚਿਆ ਸੀ, ਉਹ ਬਾਅਦ ਦੇ ਵਿੱਚ ਲਿਖਦੇ ਨੇ। ਇੱਥੇ ਜਿਸ ਵੇਲੇ ਸਤਿਗੁਰੂ ਜੀਆਂ ਦੇ ਬਾਬਤ ਲਿਖਦੇ ਨੇ, ਕਹਿੰਦੇ ਹੁਣ ਮੈਂ ਦਵਾਤ ਭਾਵ ਸ਼ਾਹੀ ਦੇ ਸਾਗਰ ਦੇ ਵਿੱਚ ਡੁੱਬ ਕਰਕੇ, ਸ਼ਹੀਦਾਂ ਦੇ ਖੂਨ ਨੂੰ ਇਕੱਠਿਆਂ ਕਰਕੇ, ਇਹ ਜੋ ਸਤਿਗੁਰਾਂ ਦੇ ਛੋਟੇ ਫਰਜ਼ੰਦ ਨੇ, ਤਿੰਨਾਂ ਦੇ ਬਾਬਤ ਲਿਖਣ ਜਾ ਰਿਹਾ ਹਾਂ ਜੀ। ਸੀਨੇ ਕੋ ਆਪਣੇ ਝਾਕ ਮਿਸਲ ਕਲਮ ਕਰੂੰ। ਕਹਿੰਦੇ ਆਪਣੇ ਸੀਨੇ ਨੂੰ ਪਾੜ ਕਰਕੇ, ਜਿਵੇਂ ਕਲਮ ਨੂੰ ਲਿਖਣ ਦੇ ਵੇਲੇ ਤੇ ਕਲਮ ਦਾ ਅੱਗੋਂ ਮੂੰਹ ਖੁੱਲ੍ਹਿਆ ਕਰਨਾ ਪੈਂਦਾ ਹੈ ਨਾ, ਇਸੇ ਤਰੀਕੇ ਨਾਲ ਕਹਿੰਦੇ ਆਪਣੇ ਸੀਨੇ ਨੂੰ ਪਾੜ ਕਰਕੇ, ਆਪਣੇ ਸੀਨੇ ਦੇ ਵਿੱਚੋਂ ਆਪਣੇ ਖੂਨ ਦੇ ਨਾਲ ਤੇ ਸ਼ਹੀਦਾਂ ਸੂਰਿਆਂ ਦਾ ਖੂਨ ਇਕੱਠਾ ਕਰਕੇ ਇਹ ਜਿਹੜੀ ਰਚਨਾ ਹੈ ਮੈਂ ਲਿਖਣ ਜਾ ਰਿਹਾ ਹਾਂ ਜੀ। ਵਿਛੜੇ ਹੋ ਕਿ ਅਬ ਮੈਂ ਮੁਸੀਬਤ ਰਕਮ ਕਰੂੰ।
ਕਹਿੰਦੇ ਜਿਹੜੇ ਸੂਰਮੇ ਵਿਛੜ ਗਏ ਨੇ, ਪਰਿਵਾਰ ਦੇ ਨਾਲੋਂ ਯੋਧਾ ਹੋ ਗਏ ਨੇ, ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ, ਤਿੰਨਾਂ ਦੇ ਬਾਬਤ ਹੁਣ ਮੈਂ ਆਪਣੀ ਕਲਮ ਚੱਕ ਕੇ ਉਹਨਾਂ ਦੀ ਜਿਹੜੀ ਵਡਿਆਈ ਹੈ, ਜੋ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਵਾਪਰਦਾ ਹੈ, ਉਹਨੂੰ ਲਿਖਣ ਜਾ ਰਿਹਾ ਹਾਂ ਜੀ। ਰੁਨਾਦ ਅਗਰ ਵਿਆਹ ਮੈਂ ਖੁਦਾ ਕੀ ਕਸਮ ਕਰੂੰ। ਕਹਿੰਦੇ ਖੁਦਾ ਦੀ ਕਸਮ ਚੱਕਦਾ ਹਾਂ, ਜੋ ਵੀ ਮੈਂ ਇਹਦੇ ਵਿੱਚ ਲਿਖਣ ਜਾ ਰਿਹਾ ਵਾ, ਉਸ ਅਕਾਲ ਪੁਰਖ ਦੀ ਕਸਮ ਖਾ ਕੇ ਕਹਿਣਾ ਹਾਂ ਕਿ ਇੱਕ ਇੱਕ ਗੱਲ ਹੈ ਉਹ ਸੱਚ ਹੈ, ਕੁਝ ਆਪਣੇ ਕੋਲੋਂ ਨਹੀਂ ਲਿਖਾਂਗਾ ਜੀ। ਰਸਤੇ ਮੇਂ ਜਬ ਭਟਕ ਗਏ ਨੰਨੇ ਸਵਾਰ ਥੇ। ਜਿਸ ਵੇਲੇ ਸਰਸਾ ਤੋਂ ਵਿਛੋੜਾ ਪਿਆ ਏ, ਸਤਿਗੁਰਾਂ ਦੇ ਨਾਲ ਹੋਏ ਜਿਹੜੇ ਨੰਨੇ ਬੱਚੇ ਨੇ, ਜਦੋਂ ਆਨੰਦਪੁਰ ਸਾਹਿਬ ਤੋਂ ਚੱਲੇ ਸੀ ਨਾ, ਤੇ ਬਾਬਾ ਫਤਿਹ ਸਿੰਘ ਜੀ ਮਾਤਾ ਜੀਆਂ ਦੇ ਨਾਲ ਹੀ ਘੋੜੇ ਦੇ ਉੱਪਰ ਸਵਾਰ ਨੇ, ਦੋਵੇਂ ਛੋਟੇ ਸ਼ਹਿਜ਼ਾਦੇ, ਤੇ ਮਾਤਾ ਜੀ ਆਪਣੇ ਨਾਲ ਰੱਖਦੇ ਸੀ, ਕਿਉਂਕਿ ਜਿਸ ਵੇਲੇ ਬਾਬਾ ਫਤਿਹ ਸਿੰਘ ਜੀਆਂ ਦਾ ਜਨਮ ਹੋਇਆ ਹੈ ਨਾ, ਜਨਮ ਦੇ ਕਰਕੇ ਤੇ ਮਾਤਾ ਜੀਤਾਂ ਜੀ, ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਮਾਤਾ ਅਜੀਤ ਕੌਰ ਵੀ ਕਿਹਾ ਜਾਂਦਾ ਹੈ, ਮਾਤਾ ਜੀਤਾਂ ਜੀ ਸਰੀਰ ਛੱਡ ਗਏ ਨੇ। ਜਦੋਂ ਸਰੀਰ ਛੱਡਿਆ ਸੀ ਨਾ, ਆਪਣੀ ਸੱਸ ਭਾਵ ਮਾਤਾ ਗੁਜਰ ਕੌਰ ਨੂੰ ਆਪਣੇ ਪੁੱਤਰ ਦਾ ਹੱਥ ਫੜਾ ਗਏ ਸੀ। ਮਾਂ, ਮੇਰੇ ਸਰੀਰ ਦਾ ਅੰਤਲਾ ਸਮਾਂ ਆ ਗਿਆ, ਪਰ ਮੇਰੇ ਪੁੱਤਰ ਦੀ ਦੇਖਭਾਲ ਤੁਸਾਂ ਕਰਨੀ ਹੈ। ਕਹਿੰਦੇ ਛੋਟੀ ਉਮਰ ਦੇ ਵਿੱਚ ਨਾ, ਜਦੋਂ ਬਾਬਾ ਫਤਿਹ ਸਿੰਘ ਜੀ ਤੋਤਲੀ ਆਵਾਜ਼ ਦੇ ਵਿੱਚ ਬੋਲਦੇ ਨੇ ਅਜੇ, ਇੱਕ ਦਿਨ ਦਾਦੀ ਮਾਤਾ ਤੋਂ ਪੁੱਛਿਆ, ਦਾਦੀ ਮਾਂ, ਮੇਰੇ ਮਾਤਾ ਜੀ ਕਿੱਧਰ ਨੇ? ਕਹਿੰਦੇ ਮਾਤਾ ਗੁਜਰ ਕੌਰ ਜੀਆਂ ਦੀਆਂ ਅੱਖਾਂ ਭਰ ਆਈਆਂ, ਪਰ ਫਿਰ ਵੀ ਜ਼ਾਹਰ ਨਾ ਹੋਣ ਦਿੱਤਾ ਅੰਦਰ ਦਾ ਵਿਰਾਗ। ਫਿਰ ਪੁੱਛਿਆ ਇਹ ਤੋਤਲੀ ਆਵਾਜ਼ ਦੇ ਵਿੱਚ, ਮਾਂ ਮੇਰੇ ਮਾਤਾ ਜੀ ਕਿੱਧਰ ਨੇ? ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਪੁੱਤਰ ਤੇਰੇ ਮਾਤਾ ਜੀ ਸੱਚਖੰਡ ਦੇ ਵਿੱਚ ਗਏ ਨੇ। ਛੋਟੇ ਸੀ, ਪਤਾ ਨਹੀਂ ਸੱਚਖੰਡ ਕੀ ਹੈ ਅਜੇ। ਕਹਿੰਦੇ ਹੱਥ ਜੋੜੇ ਮਾਤਾ ਗੁਜਰ ਕੌਰ ਜੀਆਂ ਦੇ ਕੋਲ ਬੈਠੇ ਨੇ, ਮਾਂ ਮੈਂ ਵੀ ਆਪਣੀ ਮਾਂ ਦੇ ਕੋਲ ਸੱਚਖੰਡ ਚਲਿਆ ਜਾਣਾ। ਧੰਨ ਮਾਤਾ ਗੁਜਰ ਕੌਰ ਜੀ ਸੁਣ ਕਰਕੇ ਕਹਿੰਦੇ ਕਲੇਜਾ ਫਟ ਗਿਆ ਇੱਕ ਵਾਰ। ਉਸੇ ਵੇਲੇ ਆਪਣੇ ਪੋਤਰੇ ਨੂੰ ਗੋਦ ਵਿੱਚ ਚੱਕ ਲਿਆ। ਪੁੱਤਰ ਅੱਗੇ ਤੋਂ ਐਸੀ ਗੱਲ ਨਾ ਕਹੀ ਕਿ ਤੂੰ ਮੈਨੂੰ ਛੱਡ ਕੇ ਸੱਚਖੰਡ ਚਲਿਆ ਜਾਵੇਂਗਾ। ਜਿੰਨਾ ਚਿਰ ਰਵਾਂਗੇ ਇਕੱਠੇ ਰਵਾਂਗੇ। ਧੰਨ ਮਾਤਾ ਗੁਜਰ ਕੌਰ ਆਪਣੇ ਪੋਤਰੇ ਨੂੰ ਗੋਦ ਦੇ ਵਿੱਚ ਲਿਆ, ਬੁੱਕਲ ਦੇ ਵਿੱਚ ਕੁੱਟ ਕਰਕੇ ਗਲ ਦੇ ਨਾਲ ਲਾ ਲਿਆ। ਪੁੱਤਰ ਐਸੀ ਗੱਲ ਨਹੀਂ ਕਹਿਣੀ ਮੁੜ ਕਰਕੇ। ਕਹਿੰਦੇ ਉਸ ਸਮੇਂ ਤੋਂ ਬਾਅਦ ਮਾਤਾ ਗੁਜਰ ਕੌਰ ਜੀਆਂ ਨੇ ਨਾ ਕਦੀ ਵੀ ਆਪਣੇ ਪੋਤਰਿਆਂ ਨੂੰ ਦੂਰ ਨਹੀਂ ਸੀ ਕੀਤਾ, ਛੋਟਿਆਂ ਨੂੰ ਸਦਾ ਹੀ ਕੋਲ ਰੱਖਦੇ ਨੇ। ਇੱਕ ਦਿਨ ਕਹਿੰਦੇ ਕੀ ਵਾਰਤਾ ਵਾਪਰੀ ਏ। ਛੋਟੇ ਸਾਹਿਬਜ਼ਾਦੇ ਕਿਤੇ ਕੱਚੀਆਂ ਕੰਧਾਂ ਦੇ ਨਾਲ ਖੇਡਦੇ ਨੇ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੋਲੋਂ ਦੀ ਲੰਘੇ ਤੁਰੇ ਜਾਂਦੇ ਸੀ। ਵੇਖ ਕਰਕੇ ਸਤਿਗੁਰੂ ਮੁਸਕਰਾ ਰਹੇ ਨੇ ਬਾਲਾਂ ਨੂੰ। ਤੇ ਮਾਤਾ ਜੀਤ ਕੌਰ ਜੀਆਂ ਨੇ ਪੁੱਛਿਆ, ਮਾਤਾ ਗੁਜਰ ਕੌਰ ਜੀਆਂ ਨੇ ਪੁੱਛਿਆ, ਮਾਤਾ ਸਾਹਿਬ ਦੇਵਾਂ ਜੀਆਂ ਨੇ ਪੁੱਛਿਆ, ਪਤੀ ਦੇਵ
ਇਹ ਲਾਡਲੇ ਨਾ ਕੰਧਾਂ ਦੇ ਕੋਲ ਖੇਡ ਰਹੇ ਨੇ, ਉੱਤੇ ਡਿੱਗ ਪੈਣਗੀਆਂ। ਪਤੀ ਦੇਵ ਪੁੱਤਰ ਜੀ, ਪੁੱਤਰਾਂ ਦਾ ਕਿਤੇ ਨੁਕਸਾਨ ਨਾ ਹੋ ਜਾਵੇ। ਸਤਿਗੁਰੂ ਕਹਿਣ ਲੱਗੇ ਨਹੀਂ। ਆਪ ਜੀ ਹੱਸ ਕਿਉਂ ਰਹੇ ਹੋ ਪਤੀ ਦੇਵ? ਮਾਤਾ ਗੁਜਰ ਕੌਰ ਜੀ ਪੁੱਛਦੇ ਨੇ, ਪੁੱਤਰ ਜੀ, ਲਾਲ ਜੀ ਤੁਸੀਂ ਹੱਸ ਕਿਉਂ ਰਹੇ ਹੋ? ਧੰਨ ਗੁਰੂ ਕਲਗੀਧਰ ਮਹਾਰਾਜ ਅੰਤਰਜਾਮੀ ਨੇ ਨਾ, ਸਤਿਗੁਰੂ ਕਹਿਣ ਲੱਗੇ ਅੱਜ ਤਾਂ ਇਹ ਕੱਚੀਆਂ ਕੰਧਾਂ ਦੇ ਨਾਲ ਖੇਡਦੇ ਨੇ, ਜਿਨ੍ਹਾਂ ਤੋਂ ਤੁਸੀਂ ਕਹਿੰਦੇ ਹੋ ਕਿਤੇ ਥੱਲੇ ਨਾ ਆ ਜਾਣ, ਨੁਕਸਾਨ ਨਾ ਕਰਾ ਲੈਣ, ਸਮਾਂ ਆਵੇਗਾ ਇਹਨਾਂ ਨੇ ਐਸੀਆਂ ਹੀ ਕੰਧਾਂ ਦੇ ਵਿੱਚ ਖੜ ਜਾਣਾ ਹੈ। ਇਹ ਗੱਲ ਨੂੰ ਸੁਣ ਕਰਕੇ ਕਹਿੰਦੇ ਮਾਤਾ ਸਾਹਿਬ ਦੇਵਾਂ ਜੀ ਵਿਰਾਗ ਦੇ ਵਿੱਚ ਆਏ ਨੇ, ਕਿਉਂਕਿ ਪੂਰਬਲੀ ਕਮਾਈ ਸੀ ਮਾਤਾ ਸਾਹਿਬ ਦੇਵਾਂ ਜੀਆਂ ਦੀ ਵੀ ਇਤਿਹਾਸ ਲੰਬਾ ਹੋ ਜਾਵੇਗਾ। ਮਾਤਾ ਸਾਹਿਬ ਦੇਵਾਂ ਜੀ ਪਿਛਲੇ ਜਨਮਾਂ ਦਾ ਤਪ ਕੀਤਾ ਸੀ। ਐਵੇਂ ਨਹੀਂ ਕਲਗੀਧਰ ਪਾਤਸ਼ਾਹ ਨੇ ਕੁਵਾਰਾ ਡੋਲਾ ਰੱਖਿਆ। ਪੂਰਬਲੇ ਵਚਨ ਹੋਏ ਸਨ ਕਿ ਜਦੋਂ 10ਵੇਂ ਜਾਮੇ ਦੇ ਵਿੱਚ ਆਵਾਂਗੇ ਨਾ ਤੇ ਤੁਹਾਡੇ ਵਰਨਾ ਕਰਾਂਗੇ। ਮਾਤਾ ਸਾਹਿਬ ਦੇਵਾਂ ਜੀ ਵਿਰਾਗ ਦੇ ਵਿੱਚ ਆ ਗਏ, ਪਤੀ ਦੇਵ ਦੇ ਕੋਲ ਗਏ ਨੇ। ਪਤੀ ਦੇਵ ਆਪ ਨੇ ਬਚਨ ਕੀਤਾ ਹੈ ਕਿ ਸਮਾਂ ਆਉਣਾ, ਕੈਸਾ ਸਮਾਂ ਆਵੇਗਾ? ਕਲਗੀਧਰ ਪਾਤਸ਼ਾਹ ਜੀ ਦੱਸਦੇ ਨਹੀਂ ਕੁਝ ਜੀ। ਪਤੀ ਦੇਵ ਤੁਸੀਂ ਸਭ ਜਾਣਦੇ ਹੋ, ਤੁਸਾਂ ਨੇ ਇਸ਼ਾਰਾ ਕੀਤਾ ਸਮਾਂ ਆਵੇਗਾ, ਕੈਸਾ ਸਮਾਂ ਆਉਣਾ ਹੈ? ਹੱਥ ਜੋੜੇ ਵਿਰਾਗ ਦੇ ਵਿੱਚ ਪੁੱਛਦੇ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਾਹਿਬ ਦੇਵਾਂ ਜੀ, ਇਹ ਜਿਹੜੇ ਲਾਲਾਂ ਨੂੰ ਤੁਸੀਂ ਪ੍ਰੇਮ ਦੇ ਨਾਲ ਅੱਜ ਸਾਂਭਦੇ ਹੋ ਨਾ, ਐਸਾ ਸਮਾਂ ਆਉਣਾ ਸਭ ਕੁਝ ਉੱਜੜ ਜਾਣਾ ਹੈ। ਇਹਨਾਂ ਲਾਲਾਂ ਨੇ ਕੰਧਾਂ ਦੇ ਵਿੱਚ ਚਿਣਿਆ ਜਾਣਾ ਹੈ। ਸਤਿਗੁਰਾਂ ਨੇ ਸਾਰੀ ਵਾਰਤਾ ਜਿਹੜੀ ਮਾਤਾ ਸਾਹਿਬ ਦੇਵਾਂ ਜੀਆਂ ਨੂੰ ਪਹਿਲਾਂ ਦੱਸ ਦਿੱਤੀ ਸੀ। ਖੈਰ ਇਸੇ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਛੋਟੇ ਫਰਜ਼ੰਦ ਜਿਹੜੇ ਨੇ ਮਾਤਾ ਗੁਜਰ ਕੌਰ ਜੀਆਂ ਦੇ ਨਾਲ ਬੜੇ ਪ੍ਰੇਮ ਨਾਲ ਰਹਿੰਦੇ ਨੇ, ਤੇ ਮਾਤਾ ਜੀਆਂ ਨੇ ਆਪਣੇ ਘੋੜੇ ਦੇ ਉੱਪਰ ਪਹਿਲਾਂ ਹੀ ਨਾਲ ਹੀ ਸਵਾਰ ਕਰ ਲਏ ਸੀ। ਆਨੰਦਗੜ੍ਹ ਦੇ ਕਿਲੇ ਵਿੱਚੋਂ ਨਿਕਲਣ ਲੱਗਿਆ ਵਿਛੋੜਾ ਪਿਆ ਏ। ਦੋਵੇਂ ਛੋਟੇ ਪੋਤਰੇ ਮਾਤਾ ਜੀਆਂ ਦੇ ਨਾਲ ਹਨ ਜੀ। ਪਿਤਾ ਕੋ ਚਾਰੋਂ ਤਰਫ ਬਾਰ ਬਾਰ ਥੇ। ਕਵੀ ਜੀ ਕਹਿੰਦੇ ਨੰਨੇ ਬਾਲ ਪਿਤਾ ਤੋਂ ਦੂਰ ਹੋ ਗਏ ਨੇ, ਭਰਾਵਾਂ ਦੇ ਨਾਲ ਉਹ ਵਿਛੜ ਗਏ ਨੇ, ਪਰ ਤੁਰੇ ਜਾਂਦੇ ਵੀ ਰਸਤੇ ਦੇ ਵਿੱਚ ਤੱਕਦੇ ਨੇ ਕਿ ਸਾਡੇ ਪਿਤਾ ਨਜ਼ਰ ਨਹੀਂ ਆਉਂਦੇ। ਐਵੇਂ ਛੋਟੇ ਬਾਲ ਜਿਹੜੇ ਨੇ, ਇਹਨਾਂ ਬਾਲਾਂ ਦੀ ਜਿਹੜੀ ਸਾਰੀ ਵਿਆਖਿਆ ਹੈ, ਇਹਨਾਂ ਦਾ ਇਤਿਹਾਸ ਕਵੀ ਜੀ ਕਹਿੰਦੇ ਹੁਣ ਮੈਂ ਅੱਗੇ ਦੱਸ ਰਿਹਾ ਹਾਂ ਜੀ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ। ਤੇ ਦਾਦੀ ਮਾਤਾ ਜੀਆਂ ਨੂੰ ਪੁੱਛਦੇ ਨੇ, ਕਹਿੰਦੇ ਦਾਦੀ ਮਾਤਾ ਜੀ ਜਦੋਂ ਆਨੰਦਗੜ੍ਹ ਤੋਂ ਚੱਲੇ ਸਾਂ ਬੜੇ ਸਿਪਾਹੀ ਸਨ, ਨਜ਼ਰ ਨਹੀਂ ਪੈਂਦੇ। ਆਪਣੇ ਸਿਪਾਹੀ ਆਪਣੇ ਸਿੱਖ ਕਿੱਧਰ ਗਏ ਹਨ? ਦਰਿਆ ਪੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ। ਤੇ ਦਰਿਆ ਦੇ ਕੰਢੇ ਉੱਪਰ ਛੱਡ ਕੇ ਜਿਹੜੇ ਰਾਹੀ ਸਨ ਉਹ ਸਾਰੇ ਕਿੱਧਰ ਗਏ ਹਨ ਜੀ। ਤੜਪਾ ਕੇ ਹਾਏ ਸੂਰਤ ਮਾਹੀ ਕਿੱਧਰ ਗਏ। ਇਹ ਸੋਹਣੀਆਂ ਸੂਰਤਾਂ ਵਾਲੇ ਸਾਡੇ ਹਿਰਦਿਆਂ ਦੇ ਟੁੱਟੇ ਸਾਡੇ ਪ੍ਰੇਮੀ ਸੱਜਣ ਇਹ ਸਾਰੇ ਕਿੱਧਰ ਗਏ ਹਨ? ਭਗਾ ਕੇ ਲਸ਼ਕਰ ਸ਼ਾਹੀ ਕਿੱਧਰ ਗਏ। ਹਾਂ ਕਹਿੰਦੇ ਭਾਰੀ ਫੌਜਾਂ ਨੂੰ ਲੈ ਕਰਕੇ ਸਾਡੇ ਅੱਬਾ ਜਾਨ ਸਾਡੇ ਪਿਤਾ ਜੀ ਕਿੱਧਰ ਨੂੰ ਗਏ ਹਨ? ਦਾਦੀ ਜੀ ਦੱਸਣਾ ਕਰੋ। ਭਾਈ ਪੀ ਹਮਕੋ ਭੂਲ ਗਏ ਜੌਕ ਜੰਗ ਮੇ। ਹਾਂ ਕਹਿੰਦੇ ਪ੍ਰੇਮ ਦੇ ਵਿੱਚ ਆ ਕੇ ਨਾ ਦਾਦੀ ਦੇ ਨਾਲ ਗੱਲਾਂ ਕਰਦੇ ਨੇ। ਦਾਦੀ ਮਾਂ ਸਾਡੇ ਭਾਈ ਵੀ ਜੰਗ ਦਾ ਏਡਾ ਚਾਅ ਚੜ੍ਹ ਗਿਆ ਇਹਨਾਂ ਨੂੰ
ਕਿ ਜੰਗ ਦੇ ਚਾਅ ਦੇ ਵਿੱਚ ਸਾਨੂੰ ਛੱਡ ਕੇ ਸਾਡੇ ਭਰਾ ਵੀ ਜੰਗ ਕਰਦੇ ਸਾਡੇ ਤੋਂ ਦੂਰ ਚਲੇ ਗਏ ਹਨ। ਆਪਣਾ ਖਿਆਲ ਤੱਕ ਨਹੀਂ ਜਾਓ ਕਿ ਤੁਫੰਗ ਮੇ। ਤੇ ਤੀਰਾਂ ਦੀ ਵਰਖਾ ਕਰਦੇ ਕਰਦੇ ਇਹਨਾਂ ਨੂੰ ਸਾਡਾ ਕੋਈ ਖਿਆਲ ਹੀ ਨਹੀਂ ਰਿਹਾ। ਇੰਨੇ ਹੀ ਜੰਗ ਦੇ ਵਿੱਚ ਇਹ ਜਿਹੜੇ ਨੇ ਰਚ ਮਿਚ ਗਏ ਹਨ। ਇੰਨਾ ਜੰਗ ਦਾ ਇਹਨਾਂ ਨੂੰ ਸ਼ੌਂਕ ਚੜ ਗਿਆ ਹੈ ਜੀ। ਜਬ ਰਨ ਅਜੀਤ ਜੀਤ ਕੇ ਤਰਸ਼ੀਫ ਲਾਏਂਗੇ। ਤੇ ਹੁਣ ਨਾ ਕਵੀ ਜੀ ਬੜੇ ਪ੍ਰੇਮ ਦਾ ਪਿਆਰ ਦਾ ਜਿਹੜਾ ਮਾਹੌਲ ਹੈ ਉਹਨੂੰ ਸਜਾਉਂਦੇ ਨੇ। ਉਥੋਂ ਦਾ ਜਿਹੜਾ ਸੀਨ ਹੈ ਉਹਨੂੰ ਕ੍ਰੀਏਟ ਕਰਦੇ ਨੇ। ਕਹਿੰਦੇ ਕੀ ਵਾਰਤਾ ਵਾਪਰੀ ਹੈ। ਬੜੇ ਪ੍ਰੇਮ ਦੇ ਨਾਲ ਨਾ ਮਾਤਾ ਜੀਆਂ ਨੂੰ ਰੁੱਸ ਕਰਕੇ ਤੇ ਛੋਟੇ ਸ਼ਹਿਜ਼ਾਦੇ ਕਹਿੰਦੇ ਮਾਤਾ ਜੀ ਜਦੋਂ ਸਾਡੇ ਵੱਡੇ ਭਰਾਤਾ ਅਜੀਤ ਸਿੰਘ ਜੀ ਜੰਗ ਨੂੰ ਜਿੱਤ ਕੇ ਆਉਣਗੇ ਨਾ, ਜਦੋਂ ਸਾਡੇ ਕੋਲ ਆ ਕੇ ਪਹੁੰਚਣਾ ਕਰਨਗੇ ਜੀ। ਅੱਬਾ ਕੇ ਸਾਥ ਜਿਸ ਘੜੀ ਜੋ ਜੁਝਾਰ ਆਏਂਗੇ। ਤੇ ਜਿਸ ਵੇਲੇ ਅੱਬਾ ਸਾਡੇ ਪਿਤਾ ਦੇ ਨਾਲ ਜਦੋਂ ਸਾਡੇ ਵੱਡੇ ਵੀਰ ਭਾਈ ਜੁਝਾਰ ਸਿੰਘ ਜੀ ਆਉਣਗੇ, ਜਦੋਂ ਅੱਬਾ ਦੇ ਨਾਲ ਦੋਵੇਂ ਭਰਾਤੇ ਸਾਡੇ ਕੋਲ ਆਉਣਾ ਕਰਨਗੇ ਜੀ। ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਫਿਰ ਦਾਦੀ ਮਾਂ ਅਸੀਂ ਨਾ ਉਹਨਾਂ ਦੇ ਨਾਲ ਗਿਲਾ ਕਰਕੇ ਸ਼ਿਕਵਾ ਕਰਕੇ ਤੇ ਰੁੱਸ ਜਾਵਾਂਗੇ। ਅਸੀਂ ਉਹਨਾਂ ਨੂੰ ਕਵਾਉਣਾ ਹੀ ਨਹੀਂ ਹੈ ਜੀ। ਮਾਤਾ ਕਭੀ ਪਿਤਾ ਕਭੀ ਭਾਈ ਮਨਾਏਂਗੇ। ਤੇ ਪ੍ਰੇਮ ਦੇ ਨਾਲ ਤੋਤਲੀ ਆਵਾਜ਼ ਦੇ ਵਿੱਚ ਗੱਲਾਂ ਕਰਦੇ ਨੇ ਬਾਬਾ ਫਤਿਹ ਸਿੰਘ ਜੀ। ਇਹ ਦਾਦੀ ਮਾਂ ਕਦੀ ਸਾਨੂੰ ਭਰਾ ਮਨਾਉਣਗੇ, ਕਦੀ ਪਿਤਾ ਜੀ ਮਨਾਉਣਗੇ ਤੇ ਕਦੇ ਸਾਡੀ ਮਾਤਾ ਸਾਹਿਬ ਦੇਵ ਜੀ ਸਾਨੂੰ ਮਨਾਉਣਗੇ। ਪਰ ਮਾਤਾ ਜੀ ਅਸੀਂ ਕਿਸੇ ਦੇ ਕੋਲੋਂ ਵੀ ਫਿਰ ਮੰਨਣਾ ਨਹੀਂ ਉਦੋਂ, ਕਿਉਂਕਿ ਸਾਨੂੰ ਛੱਡ ਕੇ ਚਲੇ ਗਏ ਹਨ। ਗਲੇ ਲਗਾ ਕੇ ਕਹੇਂਗੇ ਉਹ ਬਾਰ ਬਾਰ। ਮਾਤਾ ਜੀ ਸਾਡੇ ਕੋਲ ਆ ਕੇ ਮਨਾਉਂਦੇ ਮਨਾਉਂਦੇ ਵਾਰ-ਵਾਰ ਸਾਨੂੰ ਗਲੇ ਦੇ ਨਾਲ ਲਾਉਣਗੇ ਕਿ ਹੁਣ ਤਾਂ ਫਤਿਹ ਸਿੰਘ ਮੰਨ ਜਾ। ਪਰ ਦਾਦੀ ਮਾਂ ਜਦੋਂ ਸਾਨੂੰ ਮਨਾਉਣਾ ਕਰਨਗੇ ਜੀ। ਮੰਨ ਜਾਓ ਲੇਕਿਨ ਹਮ ਨਹੀਂ ਮਾਨੇਂਗੇ ਜਿਨ ਹਾਰ। ਹਾਂ ਮਾਤਾ ਜੀ ਇਹ ਤਾਂ ਗੱਲ ਪੱਕੀ ਏ, ਸਾਨੂੰ ਮਨਾਉਣਗੇ ਪਰ ਅਸੀਂ ਮੰਨਣਾ ਨਹੀਂ। ਜਾਣਦੇ ਨਹੀਂ ਕਿ ਵੀਰ ਤੇ ਮਾਤਾ ਪਿਤਾ ਜੀ ਬੜੀ ਦੂਰ ਚਲੇ ਗਏ ਨੇ, ਹੁਣ ਮੁੜ ਕਰਕੇ ਨਹੀਂ ਆਉਣਾ। ਪਰ ਫਿਰ ਵੀ ਤੋਤਲੀ ਆਵਾਜ਼ ਦੇ ਵਿੱਚ ਕਹਿੰਦੇ ਨੇ ਮਾਤਾ ਜੀ ਜਦੋਂ ਸਾਰੇ ਆ ਕੇ ਗਲੇ ਦੇ ਨਾਲ ਲਾ ਕੇ ਸਾਨੂੰ ਮਨਾਉਣਗੇ ਨਾ, ਅਸੀਂ ਮੰਨਣਾ ਨਹੀਂ ਹੈ ਜੀ। ਇਕਰਾਰ ਲੇਂਗੇ ਸਭ ਸੇ ਭੁਲਾਣਾ ਨਾ ਫਿਰ ਕਭੀ। ਕਹਿੰਦੇ ਦੋਵੇਂ ਵੀਰੇ ਨਾ ਆਪਸ ਦੇ ਵਿੱਚ ਗੱਲਾਂ ਕਰਦੇ। ਬਾਬਾ ਜੋਰਾਵਰ ਸਿੰਘ ਛੋਟੇ ਫਤਿਹ ਸਿੰਘ ਨੂੰ ਕਹਿੰਦੇ ਨੇ ਨਹੀਂ ਵੀਰਿਆ, ਜੇ ਮਨਾਉਣਗੇ ਨਾ ਫਿਰ ਕੀ ਹੋਇਆ, ਦੂਰ ਚਲੇ ਗਏ ਨੇ, ਪਰ ਆਪਾਂ ਨੇ ਮੰਨ ਜਾਵਾਂਗੇ ਜੇ ਬਾਹਲਾ ਮਨਾਉਣਗੇ। ਆਪਸ ਦੇ ਵਿੱਚ ਗੱਲਾਂ ਕਰਦੇ ਨੇ ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਵੀਰ ਜੀ ਜੇ ਮਨਾਉਣਗੇ ਨਾ ਪਹਿਲਾਂ ਤਾਂ ਆਪਾਂ ਮੰਨਣਾ ਨਹੀਂ, ਪਰ ਜੇ ਲਾਡਾਂ ਦੇ ਨਾਲ ਗਲੇ ਨਾ ਲਾਉਣਗੇ ਨਾ ਉਸ ਵੇਲੇ ਫਿਰ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਅਸੀਂ ਮੰਨ ਜਾਣਾ ਕਰਾਂਗੇ ਜੀ। ਮਾਰ ਦਿਗਰ ਛੋੜ ਕੇ ਸਤਾਨਾ ਨਾ ਫਿਰ ਕਭੀ। ਪਰ ਉਹਨਾਂ ਦੇ ਕੋਲੋਂ ਇੱਕ ਵਚਨ ਲਵਾਂਗੇ, ਪ੍ਰਣ ਲਵਾਂਗੇ ਕਿ ਅੱਗੇ ਤੋਂ ਐਸਾ ਕਿਤੇ ਸਮਾਂ ਆ ਗਿਆ ਨਾ, ਸਾਨੂੰ ਐਸੀ ਮੁਸੀਬਤ ਦੇ ਵਿੱਚ ਛੱਡ ਕੇ ਕਿਤੇ ਚਲੇ ਨਾ ਜਾਇਓ। ਤਿੰਨਾਂ ਦੇ ਕੋਲੋਂ ਪ੍ਰਣ ਲੈਣਾ ਕਰਾਂਗੇ ਫਿਰ। ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ। ਉਹਨਾਂ ਨੂੰ ਕਹਿਣਾ ਕਰਾਂਗੇ ਕਿ ਸਾਨੂੰ ਇਸ ਤਰੀਕੇ ਦੇ ਨਾਲ ਛੱਡ ਕਰਕੇ ਫੇਰ ਕਿਤੇ ਚਲੇ ਨਾ ਜਾਇਓ ਜੀ। ਕਹਿ ਦੇਤੇ ਹੈ ਜੂੰ
ਹੱਸ ਕੇ ਰੁਲਾਣਾ ਨਾ ਫਿਰ ਕਭੀ। ਹਾਂ, ਕਹਿੰਦੇ ਇੱਕ ਦੂਜੇ ਦੇ ਨਾਲ ਵਿਚਾਰਾਂ ਕਰਦੇ ਨੇ ਕਿ ਉਹਨਾਂ ਨੂੰ ਕਹਿ ਦੇਵਾਂਗੇ ਐਵੇਂ ਇਸ ਤਰੀਕੇ ਦੇ ਨਾਲ ਸਾਨੂੰ ਹੱਸਦਿਆਂ ਹੋਇਆਂ ਨੂੰ ਰੋਂਦੇ ਹੋਏ ਛੱਡ ਕੇ ਨਾ ਜਾਇਓ। ਆਪਣੇ ਵੀਰਾਂ ਦੇ ਨਾਲ, ਆਪਣੇ ਪਿਤਾ ਜੀ ਦੇ ਨਾਲ ਐਸੀਆਂ ਗੱਲਾਂ ਕਰਾਂਗੇ ਕਿ ਸਾਨੂੰ ਰੋਣ ਵਾਸਤੇ ਛੱਡ ਕੇ ਨਾ ਜਾਇਓ ਜੀ। ਬੱਚੋਂ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ। ਇੱਧਰ ਕਹਿੰਦੇ ਦੋਵੇਂ ਬੱਚੇ ਆਪਸ 'ਚ ਗੱਲਾਂ ਕਰਦੇ ਨੇ। ਕੋਲੇ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੇ ਦੋਵਾਂ ਪੋਤਰਿਆਂ ਦੀ ਜਦੋਂ ਗੱਲ ਸੁਣੀ ਹੈ ਜੀ। ਹਥਿਆਰ ਰੋ ਦਿਆ ਉਸ ਵਾਲਾ ਸ਼ਾਨ ਨੇ। ਕਹਿੰਦੇ ਬੱਚਿਆਂ ਦੀ ਗੱਲ ਸੁਣ ਕੇ ਜਦੋਂ ਆਪਸ 'ਚ ਗੱਲਾਂ ਕਰਦੇ ਨਾ ਪ੍ਰੇਮ ਦੇ ਨਾਲ, ਆਪਾਂ ਵੀ ਆਪਣੇ ਘਰਾਂ ਦੇ ਵਿੱਚ ਤੱਕਦੇ ਆ ਜਿਸ ਵੇਲੇ ਛੋਟੇ ਛੋਟੇ ਬੱਚੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ, ਵੇਖ ਕਰਕੇ ਕਈ ਵਾਰ ਉਹਨਾਂ ਦੀਆਂ ਗੱਲਾਂ ਦੇ ਉੱਪਰ ਹਾਸਾ ਵੀ ਆਉਂਦਾ ਏ। ਜਦੋਂ ਭੋਲੇਪਣ ਦੇ ਵਿੱਚ ਗੱਲਾਂ ਕਰਦੇ ਵੇ ਛੋਟੇ ਸਾਹਿਬਜ਼ਾਦੇ ਆਪਸ 'ਚ ਗੱਲਾਂ ਕਰਦੇ ਨੇ ਕਿ ਜਦੋਂ ਵੀਰੇ ਆਏ ਨਾ ਉਹਨਾਂ ਦੇ ਨਾਲ ਅਸੀਂ ਰੁੱਸ ਜਾਣਾ ਏ। ਇਹਨਾਂ ਚੀਜ਼ਾਂ ਨੂੰ ਵੇਖ ਕੇ ਕੋਲ ਹੀ ਕਹਿੰਦੇ ਮਾਤਾ ਗੁਜਰ ਕੌਰ ਜੀ ਸੁਣਦੇ ਨੇ। ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਮਾਤਾ ਜੀਆਂ ਦੇ ਅੰਦਰ ਵਿਰਾਗ ਆ ਗਿਆ ਹੈ ਜੀ। कहती थी कि मैं लेके किस तरफ को जाऊं। ਮਾਤਾ ਗੁਜਰ ਕੌਰ ਜੀ ਵਿਚਾਰ ਕਰਦੇ ਨੇ, ਕਹਿੰਦੇ ਹੁਣ ਇਹਨਾਂ ਬਾਲਾਂ ਨੂੰ ਲੈ ਕਰਕੇ ਮੈਂ ਕਿਹੜੇ ਪਾਸੇ ਨੂੰ ਜਾਣਾ ਕਰਾਂ ਹੁਣ। बेटे को और बहुओं को या रब मैं कैसे पाऊं। हे ਅਕਾਲ ਪੁਰਖ ਵਾਹਿਗੁਰੂ, ਮੇਰਾ ਬੇਟਾ, ਮੇਰਾ ਪੁੱਤਰ, ਮੇਰੀਆਂ ਬਹੂਆਂ, ਮੇਰੀਆਂ ਨੂੰਹਾਂ ਮੇਰੇ ਤੋਂ ਵਿਛੜ ਗਈਆਂ ਨੇ ਸੱਚੇ ਪਾਤਸ਼ਾਹ। ਉਹਨਾਂ ਦੇ ਨਾਲ ਕਿਵੇਂ ਮੈਂ ਜਾ ਕੇ ਮਿਲਣਾ ਕਰਾਂ ਹੁਣ। तख्त जिगर के लाल जे दोनों कहाँ छुपाऊं। ਇਹ ਜਿਹੜੇ ਮੇਰੇ ਲਖਤੇ ਜਿਗਰ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਜਿਹੜੇ ਦੋਵੇਂ ਮੇਰੇ ਪੁੱਤਰ ਦੇ ਲਾਡਲੇ ਨੇ, ਇਹਨਾਂ ਲਾਡਲੇ ਦੋ ਟੋਟਿਆਂ ਨੂੰ ਹੁਣ ਲੈ ਕੇ ਮੈਂ ਕਿਹੜੇ ਪਾਸੇ ਜਾਣਾ ਕਰਾਂ ਜੀ। तुर्कों से राजपूतों से क्यों कर इन्हें बचाऊं। ਕਿਸ ਤਰੀਕੇ ਦੇ ਨਾਲ ਮੁਗਲਾਂ ਦੇ ਕੋਲੋਂ, ਪਹਾੜੀਆਂ ਦੇ ਕੋਲੋਂ ਇਹਨਾਂ ਨੂੰ ਬਚਾਉਣਾ ਕਰਾਂ ਹੁਣ। विपदा जफियो में जे क्या मुझ पे पड़ गई। हे ਅਕਾਲ ਪੁਰਖ, ਮੇਰੀ ਜਿਹੜੀ ਉਮਰ ਹੈ ਇਹ ਤਾਂ ਹੁਣ ਬਜ਼ੁਰਗਾਂ ਦੀ ਹਾਲਤ ਹੋ ਗਈ ਹੈ, ਬਜ਼ੁਰਗੀ ਦੀ ਅਵਸਥਾ ਹੈ। ਇਸ ਉਮਰ ਦੇ ਵਿੱਚ ਇਹਨਾਂ ਦੋ ਬੱਚਿਆਂ ਨੂੰ ਲੈ ਕੇ ਕਿਹੜੇ ਪਾਸੇ ਮੈਂ ਜਾਣਾ ਕਰਾਂ। ਇੱਕ ਉੱਪਰੋਂ ਕਹਿਰਾਂ ਦੀ ਠੰਡ ਹੈ, ਦੂਸਰੇ ਪਾਸੇ ਬਜ਼ੁਰਗਾਂ ਵਾਲਾ ਸਰੀਰ ਹੈ। ਇਹ ਅਕਾਲ ਪੁਰਖ ਆਪਣੀ ਮਿਹਰ ਕਰਨੀ ਕਰ। ये कौन सी घड़ी में पिसर से बिछड़ गई। ਹਾਂ, ਕਿਹੜੀ ਉਹ ਐਸੀ ਘੜੀ ਸੀ ਜਿਹਦੇ ਵਿੱਚ ਮੈਂ ਆਪਣੇ ਪਿਸਰ ਫਾਰਸੀ ਦੇ ਵਿੱਚ ਕਹਿੰਦੇ ਨੇ ਪੁੱਤਰ, ਕਿਹੜੀ ਐਸੀ ਘੜੀ ਸੀ ਜਿਹਦੇ ਵਿੱਚ ਮੈਂ ਆਪਣੇ ਪੁੱਤਰ ਦੇ ਨਾਲੋਂ ਵਿਛੜ ਗਈ ਸਾਂ ਜੀ। बच्चों का साथ राह कठिन सार पे शाम है। ਇੱਕ ਬੱਚਿਆਂ ਦਾ ਸਾਥ ਹੈ, ਭਾਵ ਦੋ ਛੋਟੇ ਬਾਲ ਨੇ। ਦੂਸਰਾ ਜਿਹੜਾ ਰਸਤਾ ਹੈ ਬੜਾ ਕਠਿਨ ਹੈ, ਬੜਾ ਔਖਾ ਹੈ। ਤੀਸਰੀ ਸਿਰ ਦੇ ਉੱਪਰ ਰਾਤ ਚੜ੍ਹ ਆਈ ਹੈ। ਇਹਨਾਂ ਲਾਲਾਂ ਨੂੰ ਲੈ ਕੇ ਮੈਂ ਕਿੱਧਰ ਜਾਣਾ ਕਰਾਂ ਹੁਣ। सुनसान दस्त चार सूहों का मुकाम है। ਇਹ ਜਿਹੜਾ ਰਸਤਾ ਹੈ ਇਹ ਬੜਾ ਹੀ ਸੁਨਸਾਨ ਹੈ। ਇਸ ਸੁਨਸਾਨ ਰਸਤੇ ਦੇ ਵਿੱਚ ਲੈ ਕਰਕੇ ਕਿਹੜੇ ਪਾਸੇ ਤੁਰਨਾ ਕਰਾਂ ਜੀ। होता कहाँ पे देखिए सबको के आम है। ਹਾਂ, ਹੁਣ ਕੀ ਅੱਗੇ ਹੋਣਾ ਕਰੇ। ਕਵੀ ਜੀ ਕਹਿੰਦੇ ਉਹ ਸਾਰੀ ਵਾਰਤਾ ਨੂੰ ਮੈਂ ਤੁਹਾਨੂੰ ਅੱਗੇ ਦੱਸਣਾ ਕਰਦਾ ਹਾਂ ਜੀ। हाकिम है और कोई ना हम रहा गुलाम है। ਹਾਂ, ਕਹਿੰਦੇ ਕੇਵਲ ਸਾਡੇ ਨਾਲ ਇੱਕੋ ਹੀ ਸਾਡਾ ਰਸੋਈਆ ਗੰਗੂ ਨਾਲ ਹੈ।
ਹੋਰ ਸਾਡੇ ਨਾਲ ਕੋਈ ਨਹੀਂ ਜਿਹੜਾ ਅੱਗੇ ਜਾਣਾ ਕਰੇ। ਇਸ ਤੋਂ ਪਹਿਲਾਂ ਹੁਣ ਤਾਂ ਮਾਤਾ ਗੁਜਰ ਕੌਰ ਜੀ ਤਿਨਾਂ ਨੂੰ ਗੰਗੂ ਮਿਲ ਜਾਂਦਾ ਹੈ ਰਸਤੇ ਦੇ ਵਿੱਚ। ਕਈ ਕਹਿੰਦੇ ਨੇ ਗੰਗੂ ਪਹਿਲਾਂ ਹੀ ਨਾਲ ਸੀ। ਗੰਗੂ ਰਸੋਈਆ, ਰਸੋਈਏ ਤੋਂ ਇੱਥੋਂ ਇਹ ਭਾਵ ਨਹੀਂ ਕਿ ਜਿਹੜਾ ਰਸੋਈ ਦੇ ਵਿੱਚ ਕੰਮ ਕਰਨ ਵਾਲਾ ਹੋਵੇ। ਕਈ ਕਹਿ ਦਿੰਦੇ ਗੁਰੂ ਘਰ ਦਾ ਨਮਕ ਖਾਣ ਵਾਲਾ ਉਹ ਨਮਕ ਹਰਾਮੀ ਨਹੀਂ ਕਰ ਸਕਦਾ। ਪਰ ਜਿਹੜਾ ਗੰਗੂ ਸੀ ਇਹ ਰਸੋਈਏ ਤੋਂ ਭਾਵ ਇਹ ਰਸੋਈ ਦੇ ਵਿੱਚ ਕੰਮ ਕਰਨ ਵਾਲਾ ਜਾਂ ਛੋਟੇ ਫਰਜ਼ੰਦਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਵਾਲਾ ਨਹੀਂ ਸੀ। ਰਸੋਈਆ ਇਹਦਾ ਨਾਮ ਤਾਂ ਪਿਆ ਸੀ, ਇਹ ਇੱਕ ਮਸੰਦ ਸੀ, ਕਿਉਂਕਿ ਮਸੰਦਾਂ ਨੇ ਐਸੀ ਕੈਰਤਾ ਹੀ ਦਿਖਾਈ ਸੀ ਨਾ, ਲਾਲਚੀ ਹੋ ਗਏ ਸੀ, ਮਸੰਦ ਹੋਏ ਸਨ। ਇਹ ਰਸੋਈਆ ਸੀ, ਇਹਨੂੰ ਰਸੋਈਆ ਤਾਂ ਕਹਿੰਦੇ ਮਸੰਦ ਸੀ ਤੇ ਗੱਲ ਗੱਲ ਦੇ ਉੱਪਰ ਰੁੱਸ ਜਾਂਦਾ ਸੀ। ਇਹ ਮਹਾਨ ਕੁਸ਼ ਦੇ ਰਚਨਹਾਰੇ ਲਿਖਦੇ ਨੇ ਕਿ ਇਹਦਾ ਨਾਂ ਰਸੋਈਆ ਤਾਂ ਪਿਆ ਕਿਉਂਕਿ ਗੱਲ ਗੱਲ ਤੇ ਰੁੱਸ ਜਾਂਦਾ ਸੀ, ਮਸੰਦ ਸੀ, ਹਿਰਦੇ ਵਿੱਚ ਖਾਰ ਰੱਖਦਾ ਸੀ, ਲਾਲਚੀ ਸੀ। ਇਹ ਬਾਰ-ਬਾਰ ਰੁੱਸਣ ਕਰਕੇ ਇਹਦਾ ਨਾਮ ਰਸੋਈਆ ਰੱਖਿਆ ਸੀ। ਇਹ ਪਹਿਲਾਂ ਜਦੋਂ ਮਾਤਾ ਜੀ ਤੇ ਛੋਟੇ ਫਰਜ਼ੰਦ ਵਿਛੜਦੇ ਨੇ, ਤੁਰੇ ਜਾਂਦੇ ਜਾਂਦੇ ਕਹਿੰਦੇ ਕੁੰਮੇ ਮਾਸ਼ਕੀ ਦੇ ਘਰ ਦੇ ਵਿੱਚ ਪਹਿਲਾ ਟਿਕਾਣਾ ਕਰਦੇ। ਉੱਥੇ ਰਹਿ ਕਰਕੇ ਕੁੰਮੇ ਮਾਸ਼ਕੀ ਦੇ ਘਰੋਂ ਤਿਨਾਂ ਨੂੰ ਪ੍ਰਸ਼ਾਦਾ ਛਕਣ ਨੂੰ ਮਿਲਦਾ ਏ। ਪ੍ਰਸ਼ਾਦਾ ਛਕਿਆ ਏ, ਅਗਲੇ ਦਿਨ ਫਿਰ ਇੱਥੋਂ ਚੱਲਦੇ ਨੇ। ਚੱਲਦੇ ਚੱਲਦੇ ਅੱਗੇ ਰਸਤੇ ਦੇ ਵਿੱਚ ਗੰਗੂ ਮਿਲਦਾ ਏ। ਇਵੇਂ ਕਵੀ ਜੀ ਦੱਸਦੇ, ਕਹਿੰਦੇ ਮਾਤਾ ਜੀ ਕਹਿੰਦੇ ਨੇ ਕਿ ਸਾਡੇ ਨਾਲ ਤਾਂ ਕੇਵਲ ਇੱਕੋ ਗੰਗੂ ਏ, ਹੋਰ ਸਾਡੇ ਨਾਲ ਕੋਈ ਵੀ ਨਹੀਂ ਹੈ ਜੀ। ਰਸੋਈਆ ਹੈ ਫਕਤ ਸਾਥ ਰਹਿ ਗਿਆ। ਹਾਂ, ਕੇਵਲ ਸਾਡੇ ਨਾਲ ਇੱਕੋ ਗੰਗੂ ਰਸੋਈਆ ਹੀ ਸਾਡੇ ਨਾਲ ਰਹਿ ਗਿਆ ਹੈ ਜੀ। ਕੇ ਰਹਿਬਰੀ ਕੋ ਜੇ ਹੈ ਹਾਥ ਰਹਿ ਗਿਆ। ਹਾਂ, ਲੈ ਦੇ ਕੇ ਕਹਿੰਦੇ ਮੁੱਕਦੀ ਗੱਲ ਏ, ਕੇਵਲ ਇਹੀ ਜਿਹੜਾ ਏ ਸਾਡੇ ਕੋਲ ਰਹਿ ਗਿਆ ਹੈ ਜੀ। ਸ਼ੇਰ ਸਾਹਮਣੇ ਗਰਦਨ ਕੋ ਡਾਲ ਕੇ। ਹਾਂ, ਕਹਿੰਦੇ ਅੱਗੇ ਸ਼ੇਰ ਆਉਂਦੇ ਨੇ, ਜਦੋਂ ਜੰਗਲ ਦੇ ਵਿੱਚ ਤੁਰੇ ਜਾਂਦੇ ਸ਼ੇਰ ਵੀ ਸਤਿਗੁਰਾਂ ਦੇ ਫਰਜ਼ੰਦਾਂ ਨੂੰ ਵੇਖ ਕੇ ਤੇ ਆਪਣੀ ਧੌਣ ਨੀਵੀਂ ਕਰ ਦਿੰਦੇ ਹਨ। ਤਖਤੇ ਹਿਰਨ ਵੀ ਆਜ ਹੈ ਆਖੇ ਨਿਕਾਲ ਕੇ। ਮਾਤਾ ਗੁਜਰ ਕੌਰ ਜੀ ਕਹਿੰਦੇ ਅੱਜ ਤਾਂ ਐਸਾ ਦਿਨ ਚੜ੍ਹਿਆ ਆ, ਕਦੀ ਸ਼ੇਰ ਵੀ ਸਾਡੇ ਕੋਲੋਂ ਡਰਦੇ ਸਨ, ਅੱਜ ਤਾਂ ਹਿਰਨ ਵੀ ਸਾਡੇ ਵੱਲ ਅੱਖਾਂ ਕੱਢ ਕੇ ਤੱਕ ਰਹੇ ਹਨ। ਰੰਗ ਹੈ ਤਮਾਮ ਜ਼ਮਾਨੇ ਕੀ ਚਾਲ ਕੇ। ਹਾਂ, ਜ਼ਮਾਨੇ ਦੀ ਚਾਲ ਦੇ ਬੜੇ ਹੀ ਅਨੇਕਾਂ ਰੰਗ ਹਨ। ਤੇਵਰ ਹੈ ਬਨ ਮੇ ਬਦਲੇ ਹੋਏ ਹਰ ਸੇ ਗਾਲ ਕੇ। ਇਸ ਬਨ ਦੇ ਵਿੱਚ, ਇਸ ਜੰਗਲ ਦੇ ਵਿੱਚ ਮਾਤਾ ਜੀ ਕਹਿੰਦੇ ਕੱਲੀ ਕੱਲੀ ਚੀਜ਼ ਦੇ ਅੱਜ ਤੇਵਰ ਬਦਲੇ ਲੱਗਦੇ ਨੇ। ਲੱਗਦਾ ਇਹ ਕੋਈ ਅਣਹੋਣੀ ਹੋਣ ਵਾਲੀ ਏ। ਸਾਰੇ ਪਾਸੇ ਕੱਲੀ ਕੱਲੀ ਚੀਜ਼ ਦੇ ਤੇਵਰ ਬਦਲੇ ਹਨ। ਦਰਪੇਸ਼ ਅਨ ਕਰੀਬ ਕੋਈ ਇਮਤਿਹਾਨ ਹੈ। ਐਵੇਂ ਲੱਗਦਾ ਏ ਕਿ ਜਿਹੜਾ ਇਮਤਿਹਾਨ ਹੋਣ ਵਾਲਾ ਏ ਬਿਲਕੁਲ ਹੀ ਸਾਡੇ ਕੋਲ ਆ ਗਿਆ ਹੈ। ਇਮਤਿਹਾਨ ਦੀਆਂ ਘੜੀਆਂ ਨੇੜੇ ਆ ਗਈਆਂ ਹਨ। ਖਤਰੇ ਮੈਂ ਦੇਖ ਰਹੀ ਮੁਝੇ ਬੱਚੋਂ ਕੀ ਜਾਨ ਹੈ। ਮੈਨੂੰ ਐਵੇਂ ਲੱਗਦਾ ਏ ਜਿਵੇਂ ਬੱਚਿਆਂ ਦੀ ਜਾਨ ਹੁਣ ਖਤਰੇ ਦੇ ਵਿੱਚ ਆ ਗਈ। ਇਸ ਲਈ ਇਮਤਿਹਾਨ ਦੀਆਂ ਘੜੀਆਂ ਜਿਹੜੀਆਂ ਬਿਲਕੁਲ ਹੀ ਕੋਲ ਆ ਗਈਆਂ ਹਨ। ਇਵੇਂ ਦਾਦੀ ਮਾਤਾ ਜੀ ਵਿਚਾਰ ਕਰਦੇ ਨੇ, ਹਿਰਦੇ ਦੇ ਵਿੱਚ ਗੰਗੂ ਨਾਲ ਤੁਰਿਆ ਜਾਂਦਾ ਏ। ਸਮੇਂ ਦੀ ਸਮਾਪਤੀ ਏ। ਇੱਥੋਂ ਅੱਗੇ ਜਿਵੇਂ ਗੰਗੂ ਫਿਰ ਮਾਤਾ ਜੀਆਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਵੇਗਾ। ਘਰ ਦੇ ਵਿੱਚ ਖੜ ਕੇ ਫਿਰ ਇਹਨੇ ਨਮਕ ਹਰਾਮਗੀ ਕਰਨੀ ਹੈ। ਕਿਵੇਂ ਸਤਿਗੁਰਾਂ ਦੇ ਫਰਜ਼ੰਦਾਂ ਨੂੰ ਇਹਨੇ ਫੜ ਕਰਕੇ
ਮਾਇਆ ਦੇ ਲਾਲਚ ਦੇ ਵਿੱਚ ਤੇ ਸਰਕਾਰ ਦੇ ਸਪੁਰਦ ਕਰ ਦੇਣਾ ਹੈ। ਉਹ ਵਾਰਤਾ ਅਸੀਂ ਮਿਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਵਿਚਾਰ ਨਹੀਂ ਕਰਾਂਗੇ। ਅਗਲੇ ਜਿਹੜੇ 2 ਦਿਨ ਰਹਿ ਗਏ ਨੇ, ਤਿੰਨਾਂ ਦੇ ਵਿੱਚ ਕਿਵੇਂ ਅੱਜ ਦੇ ਦਿਨਾਂ ਦੇ ਵਿੱਚ ਕਚਹਿਰੀਆਂ ਲੱਗੀਆਂ ਨੇ, ਕਿਵੇਂ ਸਤਿਗੁਰਾਂ ਦੇ ਪ੍ਰਜੰਦ ਹਕੂਮਤ ਦੇ ਸਾਹਮਣੇ ਜਾ ਕੇ ਵੀ ਡੋਲੇ ਨੇ, ਉਹ ਅਗਲੇ ਦਿਨਾਂ ਦੇ ਵਿੱਚ ਆਪਾਂ ਮਿਲ ਬੈਠ ਕੇ ਸਰਵਣ ਕਰਦੇ ਚੱਲਾਂਗੇ। ਵਿਚਾਰ ਕਰਦਿਆਂ ਤੋਂ ਏਕ ਨਹੀਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਸਾਧ ਸੰਗਤ ਸਤਿਗੁਰੂ ਬਖਸ਼ਣ ਯੋਗ ਨੇ। ਅਣਜਾਣ ਬੱਚੇ ਸਮਝ ਕਰਕੇ ਬਖਸ਼ ਲੈਣਾ। ਜੇ ਕਰਕੇ ਆਪਾਂ ਸਤਿਗੁਰਾਂ ਦੇ ਫਰਜ਼ੰਦਾਂ ਦੀ ਯਾਦ ਦੇ ਵਿੱਚ ਇਕੱਤਰਤ ਹੋ ਕਰਕੇ ਬੈਠਦੇ ਆ ਨਾ, ਤਿਨਾਂ ਦੇ ਪਾਸੋਂ ਕੁਝ ਸਿੱਖਿਆ ਲੈਣੀ ਕਰੀਏ। ਜਿਵੇਂ ਅੱਜ ਦਾ ਸਮਾਂ ਚੱਲਦਾ ਹੈ ਨਾ, ਕਿ ਅਸੀਂ ਮਾਇਆ ਦੇ ਲਾਲਚ ਦੇ ਵਿੱਚ ਆਪਣੇ ਧਰਮ ਨੂੰ ਬਦਲਦੇ ਤੁਰੇ ਜਾ ਰਹੇ ਹਾਂ। ਸਿੱਖ ਧਰਮ ਛੱਡ ਕਰਕੇ ਚਲੋ ਜਿੰਨੇ ਵੀ ਧਰਮ ਨੇ ਦੁਨੀਆ ਦੇ ਵਿੱਚ ਸਾਰੇ ਸਤਿਕਾਰਯੋਗ ਨੇ, ਮਾੜਾ ਕੋਈ ਨਹੀਂ। ਜੇ ਹਿੰਦੂ ਧਰਮ ਹੈ, ਮੁਸਲਿਮ ਧਰਮ ਹੈ, ਈਸਾਈ ਧਰਮ ਹੈ, ਬੁੱਧ ਧਰਮ ਹੈ, ਜੈਨੀ ਨੇ, ਸਾਰੇ ਹੀ ਧਰਮ ਜਿਹੜੇ ਨੇ ਸਤਿਕਾਰਯੋਗ ਨੇ। ਪਰ ਸਾਨੂੰ ਵੀ ਹਿਰਦੇ ਦੇ ਵਿੱਚ ਕੋਈ ਵਿਚਾਰ ਕਰਨੀ ਚਾਹੀਦੀ ਹੈ। ਸਿੱਖ ਧਰਮ ਦੇ ਵਿੱਚ ਸ਼ਹੀਦਾਂ ਦੀ ਕੋਈ ਗਿਣਤੀ ਨਹੀਂ, ਪਰ ਜਿਨ੍ਹਾਂ ਦੇ ਲਈ ਅਸੀਂ ਆਪਣਾ ਸਭ ਕੁਝ ਛੱਡ ਕੇ ਉਹਨਾਂ ਦੇ ਧਰਮਾਂ ਦੇ ਵਿੱਚ ਜਾਂਦੇ ਹਾਂ ਨਾ, ਕਈ ਵਾਰ ਕਈ ਪਰਿਵਾਰਾਂ ਦੇ ਨਾ ਫੋਨ ਆਉਂਦੇ ਨੇ, ਉਹ ਦੁਖੀ ਹੋ ਕਰਕੇ ਦੱਸਦੇ ਨੇ ਕਿ ਭਾਈ ਸਾਹਿਬ ਸਾਡੇ ਨਗਰ ਦੇ ਵਿੱਚ ਐਡਾ ਕਹਿਰ ਕਮਾਇਆ ਗਿਆ ਹੈ ਕਿ ਪੈਸਿਆਂ ਦੇ ਬਦਲੇ ਆਪਣੇ ਧਰਮ ਨੂੰ ਬਦਲਦੇ ਤੁਰੇ ਜਾ ਰਹੇ ਨੇ। ਪਰ ਆਪਣੇ ਧਰਮ ਦੇ ਵੱਲ ਵੇਖਣਾ ਕਰੀਏ, ਜਿੰਨੀਆਂ ਸ਼ਹਾਦਤਾਂ ਸਿੱਖ ਧਰਮ ਦੇ ਵਿੱਚ ਹੋਈਆਂ ਨਾ, ਭਾਵੇਂ ਸਾਨੂੰ 2% ਕਹਿ ਦਿੰਦੇ ਨੇ, ਪਰ ਸਾਡੀਆਂ ਜਿਹੜੀਆਂ ਸ਼ਹਾਦਤਾਂ ਨੇ ਕਿਸੇ ਪਾਸੋਂ ਘੱਟ ਨਹੀਂ। ਜੇ 2% ਵਾਲੇ ਨਾ ਹੁੰਦੇ ਤੇ ਹੁਣ ਨੂੰ ਦੁਨੀਆ ਦੇ ਵਿੱਚ ਮੁਗਲਾਂ ਦਾ ਰਾਜ ਹੋਣਾ ਸੀ। ਕਿਸੇ ਕਵੀ ਦੇ ਬੜੇ ਸੋਹਣੇ ਬੋਲ ਨੇ, ਕਹਿੰਦੇ ਕਿ ਜੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦੁਨੀਆ ਤੇ ਨਾ ਹੁੰਦੇ ਤਾਂ ਕੀ ਹੋਣਾ ਸੀ। ਮੰਦਰਾਂ ਦੇ ਵਿੱਚ ਟੱਲ ਖੜਕਣੇ ਬੰਦ ਹੋ ਜਾਣੇ ਸੀ, ਮੰਦਰਾਂ ਦੇ ਵਿੱਚ ਦੀਵੇ ਬਲਣੇ ਬੰਦ ਹੋ ਜਾਣੇ ਸੀ, ਚਰਚਾਂ ਦੇ ਵਿੱਚ ਖੜਨ ਨੂੰ ਜਗ੍ਹਾ ਨਹੀਂ ਸੀ ਮਿਲਣੀ, ਸਾਰੇ ਪਾਸੇ ਕਬਰਾਂ ਹੋਣੀਆਂ ਸਨ। ਪਰ ਜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਸਿੱਖਾਂ ਦੇ ਲਈ ਬਲੀਦਾਨ ਨਹੀਂ ਕੇਵਲ ਦਿੱਤਾ, ਪਿਤਾ ਤੋਰਿਆ ਤੇ ਆਪਾਂ ਵਿਚਾਰ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ। ਮਹਾਰਾਜ ਕਹਿੰਦੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਕਿ ਤਿਲਕ ਤੇ ਜੰਜੂ ਦੀ ਖਾਤਰ ਸਾਡੇ ਪਿਤਾ ਨੇ ਵੱਡਾ ਸਾਕਾ ਕਰ ਦਿਖਾਇਆ। ਠੀਕਰ ਫੌਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ। ਦਿੱਲੀ ਦੇ ਬਾਦਸ਼ਾਹ ਦੇ ਸਿਰ ਦੇ ਉੱਪਰ ਠੀਕੜਾ ਫੋਰਿਆ ਹੈ, ਆਪਣੇ ਸਰੀਰ ਦਾ, ਪੈਰਾਂ ਦੇ ਵਿੱਚ ਨਹੀਂ ਡਿੱਗੇ। ਠੀਕਰ ਫੋੜ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ। ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਇਹ ਹੈ ਜਿਹੜੀ ਇਹ ਕਾਇਰਤਾ ਵਾਲੀ ਨਹੀਂ ਕਿ ਹੈ ਉੱਚੀ ਆਵਾਜ਼ ਦੇ ਵਿੱਚ ਚੀਕਾਂ ਮਾਰੀਆਂ ਨੇ, ਨਹੀਂ। ਕਹਿੰਦੇ ਸਾਰਿਆਂ ਨੇ ਉੱਚੀ ਆਵਾਜ਼ ਦੇ ਵਿੱਚ ਪੁਕਾਰ ਕੀਤੀ ਜਦੋਂ ਦਿੱਲੀ ਦੇ ਤਖਤ ਦੇ ਬਾਦਸ਼ਾਹ ਦੇ ਸਿਰ ਦੇ ਉੱਪਰ ਗੁਰੂ ਤੇਗ ਬਹਾਦਰ ਨੇ ਆਪਣੇ ਸਰੀਰ ਦਾ ਠੀਕੜਾ ਫੋੜਿਆ
ਤੇ ਕੀ ਆਵਾਜ਼ਾਂ ਆਈਆਂ ਸਾਰੇ ਪਾਸੋਂ ਜਦੋਂ ਕਿਸੇ ਨੇ ਵੀ ਬਾਂਹ ਨਾ ਫੜੀ। ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਦੇਵਤਿਆਂ ਨੇ ਵੀ ਉਸ ਵੇਲੇ ਹੱਥ ਜੋੜ ਦਿੱਤੇ ਸਨ ਕਿ ਸਾਡੇ ਕੋਲੋਂ ਹੁਣ ਧਰਮ ਨਹੀਂ ਬਚਾਇਆ ਜਾਣਾ, ਆਨੰਦਪੁਰ ਚਲੇ ਜਾਵੋ ਜਿੱਥੋਂ ਇਸ ਧਰਮ ਦੀ ਰੱਖਿਆ ਹੋਵੇ। ਪਾਤਸ਼ਾਹ ਕਹਿੰਦੇ ਜਦੋਂ ਮੇਰੇ ਪਿਤਾ ਨੇ ਸਰੀਰ ਤਿਆਗਿਆ ਏ ਤੇ ਦੁਨੀਆ ਦੇ ਵਿੱਚ ਇੱਕੋ ਆਵਾਜ਼ ਗੂੰਜੀ ਸੀ ਕਿ ਦੁਨੀਆ ਦੇ ਵਿੱਚੋਂ ਅਜੇ ਮਰਦਾਂ ਦੀ ਗਿਣਤੀ ਜਿਹੜੀ ਮੁੱਕੀ ਨਹੀਂ। ਦੁਨੀਆ ਦੇ ਵਿੱਚ ਕੋਈ ਐਸਾ ਦਰ ਹੈ, ਐਸਾ ਦਰ ਹੈ, ਐਸਾ ਦਰ ਹੈ ਜਿਹੜਾ ਕਿਸੇ ਦੀ ਲੱਜ ਪਾਤ ਰੱਖ ਸਕਦਾ ਹੈ, ਕਿਸੇ ਦੀ ਬਾਂਹ ਫੜ ਸਕਦਾ ਹੈ। ਮਹਾਰਾਜ ਜੀਆਂ ਦੇ ਬਚਨ ਨੇ ਨਾ, ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਿਆ ਧਰਮ ਨਾ ਛੋੜੀਐ। ਮਹਾਰਾਜ ਕਹਿੰਦੇ ਭਾਵੇਂ ਸਿਰ ਦੇ ਉੱਪਰ ਤਲਵਾਰ ਹੀ ਤਾਨੀ ਹੋਵੇ ਨਾ, ਐਵੇਂ ਧਰਮ ਨਾ ਛੱਡ ਦਿਓ। ਬੜਾ ਔਖਾ ਮਿਲਿਆ ਏ। ਪਾਤਸ਼ਾਹ ਨੇ 4 ਲਾਲ ਵਾਰੇ ਨੇ। ਸਾਡੇ ਤਾਂ ਇੱਕ ਬੱਚੇ ਦੇ ਕਿਤੇ ਹੱਥ ਤੇ ਸੱਟ ਲੱਗ ਜਾਵੇ ਤੇ ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ। ਪਾਤਸ਼ਾਹ ਨੇ 4 ਲਾਲ ਵਾਰੇ ਨੇ, ਕੇਵਲ ਸਿੱਖਾਂ ਦੇ ਲਈ ਨਹੀਂ। ਪਾਤਸ਼ਾਹ ਜੇ ਕਰਕੇ ਪੁੱਤਰ ਨਾ ਵਾਰਦੇ, ਅੱਜ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਟੱਲ ਨਹੀਂ ਸੀ ਖੜਕਣੇ, ਕ੍ਰਿਸਚਨਾਂ ਦੇ ਚਰਚਾਂ ਦੇ ਵਿੱਚ ਜਾ ਕਰਕੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਖੜਨਾ ਨਹੀਂ ਸੀ। ਸਾਰੇ ਪਾਸੇ ਮੁਗਲਾਂ ਦਾ ਰਾਜ ਹੋਣਾ ਸੀ। ਇਸ ਲਈ ਪਾਤਸ਼ਾਹ ਨੇ ਜੇ ਕਰਕੇ ਆਪਣੇ ਲਾਲ ਵਾਰੇ ਨਾ ਆਪਣੇ ਧਰਮ ਦੇ ਵਿੱਚ ਪਰਪੱਕ ਰਹੀਏ। ਨਹੀਂ ਕਿ ਲਾਲਚ ਦਿੱਤਾ ਕਿ ਤੁਹਾਨੂੰ ਸਕੂਲਾਂ ਦੇ ਵਿੱਚ ਵਿਦਿਆ ਪੜ੍ਹਾਈ ਸਟੱਡੀ ਜਿਹੜੀ ਫਰੀ ਦਿੱਤੀ ਜਾਵੇਗੀ, ਹੌਸਪੀਟਲਾਂ ਦੇ ਵਿੱਚ ਤੁਹਾਡੇ ਇਲਾਜ ਜਿਹੜੇ ਫ੍ਰੀ ਹੋਣਗੇ, ਤੁਹਾਨੂੰ ਫੋਰਨ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਯਾਤਰਾ ਕਰਨ ਦੇ ਲਈ ਭੇਜ ਦਿੱਤਾ ਜਾਵੇਗਾ। ਇਹ ਚੀਜ਼ਾਂ ਦੇ ਵੱਸ ਵਿੱਚ ਹੋ ਕੇ ਪਾਤਸ਼ਾਹ ਜੀਆਂ ਦੀ ਦਸਤਾਰ ਜਿਹੜੀ ਹੈ ਲਾਹ ਨਾ ਦਈਏ, ਕੇਸ ਕਤਲ ਨਾ ਕਰਾ ਦਈਏ। ਜੇ ਤਾਂ ਸਤਿਗੁਰਾਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਕੇ ਰੱਖਾਂਗੇ ਤੇ ਮਹਾਰਾਜ ਕਹਿੰਦੇ ਜਿਹਦੀ ਮੈਂ ਇੱਕ ਵਾਰ ਬਾਂਹ ਫੜ ਲੈਣਾ ਨਾ, ਫਿਰ ਮੈਨੂੰ ਭਾਵੇਂ ਸਿਰ ਦੇਣਾ ਪੈ ਜਾਵੇ, ਮੈਂ ਉਹਦੀ ਕਦੀ ਬਾਂਹ ਨਹੀਂ ਛੱਡਦਾ। ਇਸ ਲਈ ਪਾਤਸ਼ਾਹ ਦੇ ਚਰਨਾਂ ਵਿੱਚ ਪਏ ਰਹੀ। ਇਹਨਾਂ ਦਿਨਾਂ ਦੇ ਵਿੱਚ ਸਿੱਖਿਆ ਲਈਏ। ਪਾਤਸ਼ਾਹ ਨੇ 4 ਵਾਰੇ ਨੇ। ਅਸੀਂ ਉਹਨਾਂ ਦੀ ਸ਼ਹਾਦਤ ਨੂੰ ਅਜਾਈ ਨਹੀਂ ਜਾਣ ਦੇਣਾ। ਸਤਿਗੁਰੂ ਕਿਰਪਾ ਕਰਨ, ਪ੍ਰਣ ਕਰੀਏ ਹੋਰਨਾਂ ਨੂੰ ਵੀ ਸਤਿਗੁਰਾਂ ਦੇ ਇਸ ਉਪਦੇਸ਼ ਦੇ ਪ੍ਰਤੀ ਜਿਹੜਾ ਜਾਗਰੂਕ ਕਰਨਾ ਕਰੀਏ ਕਿ ਸਾਡੇ ਧਰਮ ਦੇ ਵਿੱਚ ਬੜੀਆਂ ਸ਼ਹਾਦਤਾਂ ਹੋਈਆਂ ਨੇ। ਹੋਰਨਾਂ ਦੇ ਧਰਮਾਂ ਦੇ ਵਿੱਚ ਤਾਂ ਜਿਨ੍ਹਾਂ ਦੇ ਧਰਮਾਂ ਦੇ ਵਿੱਚ ਕੋਈ ਇੱਕ ਸ਼ਹੀਦ ਹੋਇਆ ਹੈ, ਉਹਨਾਂ ਦੁਨੀਆ ਦੇ ਉੱਪਰ ਆਪਣਾ ਰਾਜ ਕਾਇਮ ਕਰ ਲਿਆ ਹੈ। ਸਾਡੇ ਸ਼ਹੀਦਾਂ ਦੀ ਤਾਂ ਗਿਣਤੀ ਕੋਈ ਨਹੀਂ। ਇਸ ਲਈ ਉਹਨਾਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨੂੰ ਅਜਾਈ ਨਾ ਜਾਣ ਦਈਏ। ਸਤਿਗੁਰੂ ਕਿਰਪਾ ਕਰਨ। ਹੋਈਆਂ ਭੁੱਲ ਚੁੱਕਾਂ ਦੀ ਖਿਮਾ। 2 ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਉਣਾ ਕਰੀਏ ਜੀ। ਦਰਵੇਸ਼ ਅਨ ਕਰੀਬ ਕੋਈ ਇਮਤਿਹਾਨ ਹੈ, खतरे में देख रही मुझे बच्चों की जान है। वाहिगुरु जी का खालसा, वाहिगुरु जी की फतेह।